मैं सुसाइड की कगार पे पहुंच वो गया। क्या बात, सुसाइड की कगार पे पहुंच गया था। अगर मैं 2-3 दिन लेट होता तो मेरी लाश थी। 2 साल तक मैं हर एक चौखट पे जाता रहा, वहाँ से मेरे को कोई भी सहायता नहीं मिली जी। तो जब मैं हताश होकर यहाँ आया गुरु के द्वार, तो मेरे को गुरु ने और गुरु की संगत ने ऐसा मुझे अपना लिया। जी ਹੁਣੇ ਸਿੰਘ ਸੱਜ ਗਏ ਨੇ। क्या बात है ਸਾਡੀ जी, ਸੇਵਾ ਤੋਂ ਸਾਡੀ ਹੈਲਪ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਿੰਘ ਪੱਕੇ ਸਿੰਘ ਸੱਗੇ। मेरा बेटा भी पग बांध रहा है। क्या बात है हाँ, तो मैं भी पग बांध रहा हूँ और आई एम वेरी प्राउड। ਇੱਕ ਰਿਕੁਐਸਟ ਪਾਉਂਦੇ ਆ ਤੇ 10 ਸੇਵਾਦਾਰ ਆ ਜਾਂਦੇ ਕਿ ਵੀ ਮੈਂ ਇਹ ਸੇਵਾ ਕਰ ਸਕਦਾ। ਅੱਛਾ, ਸੋ ਉਹ ਇਹ ਸਪੋਰਟ ਜਿਹੜਾ ਆ ਉਹ ਬਹੁਤ ਵੱਡਾ ਆ। ਆਮ ਤੌਰ ਦੇ ਉੱਤੇ ਹੁੰਦਾ ਨਹੀਂ ਇਦਾਂ ਕਿ ਬੀਬੀਆਂ ਨੂੰ ਮੁੱਖ ਸੇਵਾ ਸੌਂਪ ਦਿੱਤੀ ਜਾਵੇ, ਪਰ ਮੈਨੂੰ ਲੱਗਦਾ ਕਿ ਸੰਗਤ ਬਹੁਤ ਐਡਵਾਂਸ ਹੈ ਇੱਥੇ। ਕਿਵੇਂ ਹੋਇਆ ਜੀ ਇਹ? ਮੈਨੂੰ ਮਤਲਬ ਦੂਜੇ ਸ਼ਹਿਰਾਂ ਨਾਲੋਂ ਵਧੀਆ ਲੱਗਦਾ। ਤੁਹਾਨੂੰ ਈਜ਼ੀ ਐਕਸੈਸ ਆ ਹਰ ਚੀਜ਼ ਦਾ। ਅੱਧੇ ਘੰਟੇ 'ਚ ਤੁਸੀਂ ਸਿਟੀ ਪੂਰਾ ਕ੍ਰਾਸ ਕਰ ਸਕਦੇ ਆ। ਕੀ ਬਾਤ। ਮੈਂ ਓਨਟਾਰੀਓ ਤੋਂ ਆਇਆ ਇੱਥੇ ਜੀ। ਤੇ ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਹੈਲੀਫੈਕਸ ਵੀ ਕੋਈ ਨਾ ਦੀ ਕੋਈ ਚੀਜ਼ ਦੁਨੀਆ ਪਤਾ ਤੇ ਹੀ ਸੀਗਾ ਹੈਗੀ। ਜਦ 5 ਸਾਲ ਪਹਿਲਾਂ ਸੀਗੇ ਆਏ ਹਨਾ। ਜੀ। ਤੇ ਹੁਣ ਜਦੋਂ ਇੱਥੇ ਆਏ ਆ ਤੇ ਹੁਣ ਐਂ ਲੱਗਦਾ ਵੀ ਇੱਥੇ ਵਰਗਾ ਤਾਂ ਸ਼ਹਿਰ ਹੀ ਹੈ ਨਹੀਂ। ਸ਼ਹਿਰ ਹੀ ਕੋਈ ਨਹੀਂ ਜੀ ਆਪਣੇ ਆਪ ਸਮਝ ਲਓ, ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਅਸੀਂ ਰੋਟੀ ਬਣਾਉਣ ਵਾਲੀ ਮਸ਼ੀਨ ਖਰੀਦੀ ਸੀ ਕਿ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਇੰਨੀ ਸੇਵਾ ਸਾਡੇ ਕੋਲ ਹੋ ਸਕਣੀ ਕਿ ਨਹੀਂ, ਪਰ ਕਦੀ ਮੌਕਾ ਨਹੀਂ ਮਿਲਿਆ ਉਹਨੂੰ ਚਲਾਉਣ ਦਾ। ਸੰਗਤ ਇੰਨੀ ਸੇਵਾ ਕਰਦੀ। ह्यूमन बीन हमें बोलते हैं मगर बीन ह्यूमन फैक्टर किसी में नहीं है, ਕਿਸੇ में किसी में नहीं। वो यहाँ पे आने के बाद मैंने फील्ड किया है। ਸਤਿ ਸ਼੍ਰੀ ਅਕਾਲ ਜੀ। ਅਸੀਂ ਹੈਲੀਫੈਕਸ ਗੁਰੂ ਘਰ ਦੇ ਜਿਹੜੇ ਬਹੁਤ ਸਾਰੀਆਂ ਥਾਵਾਂ ਦੇ ਦਰਸ਼ਨ ਕਰ ਲਏ, ਚਾਹੇ ਉਹ ਲੰਗਰ ਹਾਲ ਸੀ, ਚਾਹੇ ਲਾਇਬ੍ਰੇਰੀ ਸੀ ਜਿੱਥੇ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਜਮਾਤਾਂ ਲੱਗਦੀਆਂ, ਜੋੜਾ ਘਰ ਤੋਂ ਇਲਾਵਾ ਆਸ-ਪਾਸ ਦੀਆਂ ਆਪਾਂ ਸਾਰੀਆਂ ਚੀਜ਼ਾਂ ਦੇਖੀਆਂ। ਲੰਗਰ ਹਾਲ ਦੇ ਵਿੱਚ ਜਿਹੜੇ ਸੇਵਾਦਾਰ ਕੰਮ ਕਰ ਰਹੇ ਸੀ, ਸੇਵਾ ਕਰ ਰਹੇ ਸੀ, ਉਹਨਾਂ ਦੇ ਨਾਲ ਵੀ ਜਿਹੜੀ ਚਰਚਾ ਹੋਈ। ਮੁਕਾਬਲਤਨ ਯੰਗ ਪੰਜਾਬੀਆਂ ਦਾ, ਯੰਗ ਸਿੱਖਾਂ ਦਾ ਇਹ ਸ਼ਹਿਰ ਹੈ। ਬਹੁਤ ਸਾਰੇ ਨੌਜਵਾਨ ਜਿਹੜੇ ਹੈ, ਦਿਲ ਖੁਸ਼ ਹੁੰਦਾ। ਠੰਡ ਪੈਂਦੀ ਹੈ ਸੀਨੇ ਦੇ ਵਿੱਚ ਜਦੋਂ ਨੌਜਵਾਨ ਤਬਕੇ ਨੂੰ ਇਸ ਤਰੀਕੇ ਸੇਵਾ ਕਰਦੇ ਦੇਖਦੇ ਆ, ਕਿਉਂਕਿ ਨਹੀਂ ਤਾਂ ਦੁਨੀਆ ਭਰ ਦੇ ਵਿੱਚ ਕੈਨੇਡਾ ਦੇ ਪੰਜਾਬੀ ਨੌਜਵਾਨਾਂ ਦੀਆਂ ਵੀਡੀਓ ਕੁਛ ਹੋਰ ਹੀ ਜਾਂਦੀਆਂ, ਉਹ ਹੋਰ ਤਰੀਕੇ ਦੀਆਂ ਜਾਂਦੀਆਂ, ਚਾਹੇ ਉਹ ਟੋਰਾਂਟੋ ਤੋਂ ਜਾਣ, ਚਾਹੇ ਉਹ ਸਰੀ ਤੋਂ ਜਾਣ। ਪਰ ਬਹੁਤ ਸਾਰੀਆਂ ਅਪਵਾਦ ਸਥਿਤੀਆਂ ਨੇ ਜਿਨ੍ਹਾਂ ਸਥਿਤੀਆਂ ਦੇ ਵਿੱਚ ਤਬਦੀਲੀ ਦੀ ਹਵਾ ਵਗਦੀ ਜਿਹੜੀ ਉਹ ਨਜ਼ਰ ਆਉਂਦੀ ਹੈ। ਸੋ ਅਸੀਂ ਗੁਰੂ ਘਰ ਦੇ ਪ੍ਰਬੰਧਕ ਸਾਡੇ ਨਾਲ ਨੇ, ਗੁਰੂ ਘਰ ਦੇ ਵਿੱਚ ਜਿਹੜੇ ਵਲੰਟੀਅਰ ਸੇਵਾਦਾਰ ਨੇ ਉਹ ਸਾਡੇ ਨਾਲ ਨੇ, ਨੌਜਵਾਨ ਤਬਕਾ ਇੱਕ ਵੱਡੀ ਗਿਣਤੀ ਦੇ ਵਿੱਚ ਹੈ। ਬੀਬੀਆਂ ਦੀ ਜਿਹੜੀ ਹੈ ਉਹ ਸ਼ਕਤੀ ਇੱਥੇ ਕਾਫੀ ਜ਼ਿਆਦਾ ਮਜ਼ਬੂਤੀ ਦੇ ਨਾਲ ਜਿਹੜੀ ਉਹ ਸਾਨੂੰ ਸਮਝ ਆਉਂਦੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਮੁੱਖ ਸੇਵਾ ਸੌਂਪੀ ਗਈ ਜੀ ਸੰਗਤ ਵੱਲੋਂ। ਹਾਂਜੀ। ਆਮ ਤੌਰ ਦੇ ਉੱਤੇ ਹੁੰਦਾ ਨਹੀਂ ਇਦਾਂ ਕਿ ਬੀਬੀਆਂ ਨੂੰ ਮੁੱਖ ਸੇਵਾ ਸੌਂਪ ਦਿੱਤੀ ਜਾਵੇ, ਪਰ ਮੈਨੂੰ ਲੱਗਦਾ ਕਿ ਸੰਗਤ ਬਹੁਤ ਐਡਵਾਂਸ ਹੈ ਇੱਥੇ। ਕਿਵੇਂ ਹੋਇਆ ਜੀ ਇਹ? ਹਾਂਜੀ, ਨਹੀਂ ਇਹ ਪਹਿਲੀ ਵਾਰੀ ਨਹੀਂ ਹੋਇਆ ਜੀ। ਮੈਰੀਟਾਈਮ ਸਿੱਖ ਸੁਸਾਇਟੀ ਜਿਹੜੀ ਗੁਰਦੁਆਰਾ ਸਾਹਿਬ ਹੈ ਇੱਥੇ ਬਹੁਤ ਵਾਰ ਪੂਰੀ ਸਿੱਖ ਬੀਬੀਆਂ ਦੀ ਕਮੇਟੀ ਬੀਬੀਆਂ ਦੀ। ਠੀਕ ਹੈ ਜੀ। ਤੇ ਇਹ ਪੁਰਾਣੀ ਹਿਸਟਰੀ ਹੈ ਸਾਡੀ। ਠੀਕ ਹੈ ਜੀ। ਸੋ ਸਾਡੇ ਲਈ ਨਵੀਂ ਗੱਲ ਨਹੀਂ ਹੈਗੀ। ਬੀਬੀਆਂ ਨੂੰ ਵੀ ਮੌਕਾ ਮਿਲਦਾ ਇੱਥੇ। ਬਾਕੀ ਇਹ ਆ ਕਿ ਵਾਹਿਗੁਰੂ ਦੀ ਮਿਹਰ ਆ, ਸਤਿਗੁਰ ਦੀ ਮਿਹਰ ਆ ਕਿ ਸੰਗਤ ਨੇ ਮੌਕਾ ਦਿੱਤਾ ਤੇ ਆਪਾਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਆ। ਠੀਕ ਹੈ ਜੀ। ਮੈਨੂੰ ਇਹ ਜ਼ਰੂਰ ਭੈਣ ਜੀ ਦੱਸਿਓ ਕਿ ਗੁਰੂ ਘਰ ਹਫਤੇ ਦੇ ਵਿੱਚ ਕਿੰਨੇ ਦਿਨ ਖੁੱਲ੍ਹਾ ਰਹਿੰਦਾ ਸੰਗਤ ਦੇ ਲਈ? ਲੰਗਰ ਪ੍ਰਸ਼ਾਦਾ ਕਿੰਨੇ ਦਿਨ ਚੱਲਦਾ? ਤੇ ਇਸ ਸਾਰੀ ਸੇਵਾ ਦੇ ਲਈ ਸੰਗਤ ਕਿੰਨੀ ਕੁ ਵੱਧ ਚੜ ਕੇ ਐਜ਼ ਏ ਵਲੰਟੀਅਰ ਜਿਹੜਾ ਉਹ ਕੰਮ ਕਰਦੀ ਹੈ? ਹਾਂਜੀ, ਗੁਰਦੁਆਰਾ ਸਾਹਿਬ ਪੂਰੇ 7 ਦਿਨ ਖੁੱਲ੍ਹਾ ਹੁੰਦਾ ਜੀ। ਸਵੇਰੇ 5 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹਰ ਰੋਜ਼। ਤੇ ਲੰਗਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਟਾਈਮ ਚੱਲਦਾ। ਤੇ ਇਹਦੇ 'ਚ ਸਾਡੇ ਕੋਲ ਸਿਰਫ ਇੱਕ ਸੇਵਾਦਾਰ ਹੈ ਪਰਮਾਨੈਂਟ ਕਿਚਨ ਦੇ ਵਿੱਚ, ਬਾਕੀ ਸਾਰੇ ਸੰਗਤ ਦੀ ਸੇਵਾ ਹੈ। ਤੁਸੀਂ ਆਪਣੇ ਆਪ ਸਮਝ ਲਓ, ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਅਸੀਂ ਰੋਟੀ ਬਣਾਉਣ ਵਾਲੀ ਮਸ਼ੀਨ ਖਰੀਦੀ ਸੀ ਕਿ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਇੰਨੀ ਸੇਵਾ ਸਾਡੇ ਕੋਲ ਹੋ ਸਕਣੀ ਕਿ ਨਹੀਂ, ਪਰ ਕਦੀ ਮੌਕਾ ਨਹੀਂ ਮਿਲਿਆ ਉਹਨੂੰ ਚਲਾਉਣ ਦਾ। ਸੰਗਤ ਇੰਨੀ ਸੇਵਾ ਕਰਦੀ ਹੈ। ਸੋ ਸਾਰੇ ਦਾ ਸਾਰਾ ਜਿਹੜਾ ਪ੍ਰਬੰਧ ਹੈ ਮੋਸਟਲੀ ਸੇਵਾਦਾਰਾਂ ਤੋਂ ਹੀ ਚੱਲ ਰਿਹਾ। ਠੀਕ ਹੈ ਜੀ। ਮੈਂ ਥੱਲੇ ਦੇਖ ਰਿਹਾ ਸੀ ਕਿ ਬੇਸਮੈਂਟ ਉਹ ਅਜੇ ਰੈਨੋਵੇਟ ਕਰਨ ਵਾਲੀ ਆ, ਕੰਮ ਅਜੇ ਸਟਿਲ ਚੱਲ ਰਿਹਾ ਜੀ? ਹਾਂਜੀ, ਬੇਸਮੈਂਟ ਫਿਰ ਸਾਡੇ ਅਸੀਂ ਉੱਪਰੋਂ ਸਟਾਰਟ ਕਰਤਾ ਸੀ, ਦੋ ਫਲੋਰ ਰੈਡੀ ਕਰਕੇ ਉੱਪਰੋਂ ਸ਼ੁਰੂ ਕਰਤਾ ਸੀ। ਬੇਸਮੈਂਟ ਅਸੀਂ ਬੇਸਿਕਲੀ ਬੱਚਿਆਂ ਦਾ ਸਕੂਲ ਸਟਾਰਟ ਕਰਨਾ। ਸਾਡੀਆਂ ਕਲਾਸਾਂ ਆਲਰੇਡੀ ਸਟਾਰਟ ਹੋਈਆਂ। ਸਾਡੇ ਜਿਹੜੇ ਸੇਵਾਦਾਰ ਨੇ ਬਲਬੀਰ ਸਿੰਘ ਜੀ, ਜਿਹੜੇ ਉਹਨੂੰ ਸਿੱਖ ਸੈਪਲਿੰਗ ਜਿਹੜਾ ਗਰੁੱਪ ਹੈ ਉਹਨੂੰ ਵਾਚ ਓਵਰ ਕਰਦੇ ਨੇ, ਪਰ ਉਹ ਸਾਡਾ ਆਲਰੇਡੀ ਸਟਾਰਟ ਹੋਇਆ, ਪਰ ਅਸੀਂ ਉਹਨੂੰ ਹੌਲੀ ਹੌਲੀ ਪ੍ਰਪੇਅਰ ਕਰਾਂਗੇ ਬੱਚਿਆਂ ਦੀਆਂ ਕਲਾਸਾਂ ਲਗਾਉਣ ਲਈ। ਮੈਂ ਤੁਹਾਡੇ ਕੋਲ ਵਾਪਸ ਆਊਂਗਾ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਤੁਹਾਡੇ ਬਾਬਤ ਦੱਸਿਆ ਸੀ ਕਿ ਜਦੋਂ ਕੋਵਿਡ ਸੀ, ਜਦੋਂ ਬਹੁਤ ਸਾਰੀਆਂ ਪਾਬੰਦੀਆਂ ਸੀ ਕਿ 20 ਬੰਦੇ 25 ਬੰਦੇ ਜਾਂ 50 ਬੰਦੇ ਸੰਗਤ ਦੇ ਅੰਦਰ ਜਾਣੇ ਚਾਹੀਦੇ ਆ, ਕਹਿੰਦੇ ਤੁਸੀਂ ਬੜਾ ਨਿੱਠ ਕੇ ਕੰਮ ਕੀਤਾ। ਹਾਂਜੀ ਹਾਂਜੀ। ਉਦੋਂ ਲੋੜ ਸੀਗੀ ਇਸ ਚੀਜ਼ ਦੀ, ਥੋੜਾ ਜਿਹਾ ਪਿੱਛੇ। ਹਾਂਜੀ। ਉਦੋਂ ਲੋੜ ਸੀਗੀ ਤੇ ਉਹ ਫਿਰ ਉਸ ਚੀਜ਼ ਦੇ ਇਨੀਸ਼ੀਏਟ ਕਰਨ ਦੀ ਤੇ ਫਿਰ ਕੀਤਾ। ਉਸ ਵਕਤ ਆਪਣੇ ਕੋਲ ਗੁਰਦੁਆਰਾ ਸਾਹਿਬ ਨਹੀਂ ਸੀ ਤਿਆਰ। ਇਹ ਤੇ ਅਗਸਤ ਦੀ ਗੱਲ ਹੈ ਜਦੋਂ ਇਹ ਸਭ ਸ਼ੁਰੂ ਹੋਇਆ। ਪਰ ਉਸ ਤੋਂ ਪਹਿਲਾਂ ਜਿੱਦਾਂ ਭਾਜੀ ਨੇ ਦੱਸਿਆ, ਸਾਰੀ ਸੰਗਤ ਇੱਕ ਵੈਨਿਊ ਹਾਲ 'ਚ ਇਕੱਠੀ ਹੁੰਦੀ ਸੀ
ਤੇ ਫਿਰ ਉਦੋਂ ਕੋਵਿਡ 'ਚ ਆਈਡੀਜ਼ ਵਿਖਾਉਣੀਆਂ ਹੁੰਦੀਆਂ ਸੀ, ਕੌਣ ਆ ਸਕਦਾ ਕੌਣ ਨਹੀਂ, ਵੈਕਸੀਨੇਸ਼ਨ ਐਂਡ ਆਲ ਦੈਟ। ਤੇ ਉਹਦੇ ਵਾਸਤੇ ਫਿਰ ਸਟੂਡੈਂਟਸ ਹੀ ਸੀਗੇ ਜੀ ਸਾਰੇ, ਤੇ ਆਪਾਂ ਵੀ ਨਾਲ ਸੀਗੇ। ਆਪਾਂ ਵੀ ਨਾਲ ਸੀ। ਅੱਛਾ, ਉਦੋਂ ਤਾਂ ਬਹੁਤ ਸਾਰੇ ਸੱਜਣਾਂ ਨੂੰ ਐਂ ਲੱਗਦਾ ਸੀ ਕਿ ਭਾਈ ਹੁਣ ਤਾਂ ਘਰੇ ਬੜੇ ਰਹੀਏ, ਕਿਸੇ ਨੂੰ ਦੇਖੀਏ ਨਾ, ਕੋਈ ਨੇੜੇ ਨਾ ਆ ਜਾਵੇ। ਉਦੋਂ ਘਰ ਤੋਂ ਕਦਮ ਚੁੱਕ ਕੇ ਬਾਹਰ ਆਉਣਾ ਤੇ ਬਾਹਰ ਜਾ ਕੇ ਸਾਰੀ ਚੀਜ਼ ਨੂੰ ਮੈਨੇਜ ਕਰਨਾ ਐਂ ਤਾਂ ਨਹੀਂ ਸੀ ਕੋਈ ਕਹਿੰਦਾ ਸੀ ਕਿਉਂ ਜਾਂਦੇ ਹੋ ਉੱਥੇ, ਕੋਈ ਲੱਤਾਂ ਖਿੱਚਣ ਵਾਲੇ ਮੇਰੇ ਵਰਗੇ ਬੰਦੇ ਬਹੁਤ ਹੁੰਦੇ ਆ ਉੱਥੇ। ਆਪਣੀ ਪੰਜਾਬੀ ਕਮਿਊਨਿਟੀ ਇੰਡੀਆ ਤੋਂ ਲੋਕ ਸਾਰੇ ਸੀ, ਤੇ ਉਹ ਜਿਹੜੀ ਮਨ ਦੇ ਵਿੱਚ ਇੱਛਾ ਸੀ ਸਾਰਿਆਂ ਦੀ ਗੁਰਦੁਆਰਾ ਸਾਹਿਬ ਇਕੱਠੇ ਹੋਣ ਦੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ, ਆਪਣੀ ਕਮਿਊਨਿਟੀ ਨੂੰ ਮਿਲਣ ਦੀ, ਵੇਖਣ ਦੀ, ਉਹ ਜ਼ਿਆਦਾ ਉੱਚੀ ਸੀਗੀ। ਬਾਕੀ ਆਫ ਕੋਰਸ ਰੂਲਸ ਦੇ ਹਿਸਾਬ ਨਾਲ ਸਾਰੇ 99% ਸਾਰੇ ਵੈਕਸੀਨੇਟਿਡ ਸੀਗੇ ਹੀ। ਬਿਲਕੁਲ ਠੀਕ। ਤੇ ਸਭ ਨੂੰ ਪਤਾ ਸੀਗਾ ਕਿ ਇਹ ਚੀਜ਼ਾਂ ਸਾਡੀ ਸਪਿਰਿਚੁਅਲਿਟੀ ਲਈ ਕਿੰਨੀਆਂ ਉੱਚੀਆਂ, ਸੋ ਸਾਰੇ ਆਉਂਦੇ ਹੀ ਸੀ ਆਪਣੇ ਆਪ। ਮੈਨੂੰ ਤੇ ਕੋਈ ਨਹੀਂ ਪਰਸਨਲੀ ਮਿਲਿਆ ਜਿਹੜਾ ਕਹਿੰਦਾ ਕਿਉਂ ਜਾ ਰਹੇ ਹੋ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਮੈਨੂੰ ਪਤਾ ਲੱਗਾ ਤੁਸੀਂ ਨਵੇਂ ਆਏ ਹੋ ਜੀ ਅਜੇ? ਹਾਂਜੀ, ਮੈਂ ਤਕਰੀਬਨ 20 ਦਿਨ ਪਹਿਲਾਂ ਇੱਥੇ ਆਇਆ ਸੀ। ਕਿਵੇਂ ਲੱਗਿਆ ਹੈਲੀਫੈਕਸ? ਹੈਲੀਫੈਕਸ ਬਹੁਤ ਹੀ ਸੁੰਦਰ ਮੈਨੂੰ ਲੱਗਿਆ। ਠੀਕ ਹੈ ਜੀ। ਤੇ ਗੁਰੂ ਘਰ ਦੇ ਪ੍ਰਬੰਧ ਕਿਵੇਂ ਲੱਗੇ? ਬਿਲਕੁਲ ਵਧੀਆ ਲੱਗਾ ਜੀ। ਤੇ ਮੇਰਾ ਵੈਸੇ ਦੂਸਰਾ ਹੀ ਐਤਵਾਰ, ਪਹਿਲਾ ਐਤਵਾਰ ਮੈਂ ਆਇਆ ਸੀ, ਅੱਜ ਦੂਸਰਾ ਐਤਵਾਰ ਸਾਡਾ ਇੱਥੇ ਆਉਣ ਦੇ ਬਾਅਦ ਹੈ। ਬਿਲਕੁਲ ਠੀਕ ਹੈ। ਮੈਨੂੰ ਆ ਕੇ ਇੰਨਾ ਖੁਸ਼ੀ ਮਹਿਸੂਸ ਹੋ ਰਹੀ ਹੈ, ਇੰਨਾ ਵਧੀਆ ਲੱਗ ਰਿਹਾ ਹੈ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਮਿਹਰਬਾਨੀ ਜੀ, ਮਿਹਰਬਾਨੀ। ਤੁਹਾਡੇ ਵੱਲ ਵੀ ਆਉਣਾ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਨਾਲ ਥੋੜੀ ਜਿਹੀ ਗੱਲ ਪਹਿਲਾਂ ਕਰ ਲਈ ਸੀ। 15-16 ਸਾਲ ਤੁਹਾਨੂੰ ਆਇਆਂ ਨੂੰ ਹੋ ਗਏ। ਕਿੰਨੀ ਕੁ ਇੱਛਾ ਸੀ ਪਹਿਲਾਂ ਕਿ ਭਾਈ ਜੇ ਕਿਤੇ ਗੁਰੂ ਘਰ ਹੋਵੇ, ਇਮਾਰਤ ਹੋਵੇ ਤਾਂ ਆਪਾਂ ਜਾਈਏ ਜਦੋਂ ਜੀ ਕਰੇ, ਤਾਂ ਹੁਣ ਉਹ ਇੱਛਾ ਪੂਰੀ ਹੋ ਗਈ ਜੀ? ਇੱਛਾ ਤਾਂ ਕਦੇ ਪੂਰੀ ਹੁੰਦੀ ਨਹੀਂ ਜੇ ਗੁਰੂ ਘਰ ਜਾਣ ਦੀ, ਤਾਂ ਜਦੋਂ ਹਰ ਵਕਤ ਹੀ ਬੰਦੇ ਚਾਹਨਾ ਹੁੰਦੀ ਹੈ ਵੀ ਗੁਰੂ ਘਰ ਜਾਂਦੇ ਰਹੀਏ, ਤੇ ਸਭ ਕੁਝ ਇੱਥੇ ਪ੍ਰਾਪਤ ਹੁੰਦਾ, ਇੱਥੇ ਸਭ ਕੁਝ। ਬਿਲਕੁਲ ਠੀਕ ਹੈ ਜੀ। ਬਸ ਤੇ ਜਦੋਂ ਇਹ ਚੱਕਿਆ ਗਿਆ ਸੀ ਕਿ ਗੁਰੂ ਘਰ ਦੀ ਜਣੀ ਉਸਾਰੀ ਸ਼ੁਰੂ ਕਰਨੀ ਹੈ, ਤੇ ਉਦੋਂ ਲੱਗਦਾ ਸੀ ਕਿ ਇੰਨੀ ਛੇਤੀ ਸਾਰਾ ਕੁਝ ਮੁਕੰਮਲ ਹੋ ਜਾਊਗਾ, ਸੰਗਤ ਇਹਨਾਂ ਸਾਥ ਦਿਓ? ਇਹ ਅਸੀਂ ਡੇਅਰ ਕੀਤਾ ਨੂੰ ਚਾਲੂ ਕਰਨ ਵਾਸਤੇ, ਕੋਈ ਚਾਲੂ ਕਰਨ ਨੂੰ ਤਿਆਰ ਹੀ ਨਹੀਂ ਸੀ ਵੀ ਬਣ ਜੂ ਕਿਵੇਂ, ਪੈਸੇ ਕਿੱਥੇ ਹੋਣਗੇ। ਪਰ ਗੁਰੂ ਘਰ ਆਏ ਤਾਂ ਘੱਟ ਪੈਂਦੇ ਨਹੀਂ ਕਦੇ ਵੀ। ਬਿਲਕੁਲ ਠੀਕ ਹੈ ਜੀ। ਤੇ ਉਦੋਂ ਮੈਂ ਬੈਸਟ ਪ੍ਰੈਕਟਿਸ ਸੀਗਾ ਨਾਲ ਇੱਥੇ ਪਿਆਰਾ ਸਿੰਘ ਦੇ ਨਾਲ ਜੀ, ਜੋ ਪ੍ਰਧਾਨ ਸਾਡੇ ਸੀਗੇ, ਅਸੀਂ ਉਦੋਂ ਸ਼ੁਰੂ ਕੀਤਾ। ਫਿਰ ਉਦੋਂ ਇਹਨਾਂ ਨੇ ਸਾਡੇ ਪ੍ਰਧਾਨ ਜੀ ਨੇ ਚਾੜਿਆ ਗਾਂ ਸਿਰ। ਬਿਲਕੁਲ ਠੀਕ ਹੈ ਜੀ, ਸ਼ੁਕਰੀਆ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜਿਹੜੇ ਪਿੱਛੇ ਖੜੇ ਤੁਹਾਡੇ ਵੱਲ ਵੀ ਆਉਣਾ ਜੀ, ਕੋਈ ਬੰਦਾ ਜਾਏ ਨਾ। ਮੈਨੂੰ ਇੱਕ ਚੀਜ਼ ਦੱਸਿਓ, ਇਸ ਨਵੀਂ ਇਮਾਰਤ ਨੂੰ ਸ਼ੁਰੂ ਹੋਇਆ ਨੂੰ ਕਿੰਨਾ ਚਿਰ ਹੋ ਗਿਆ? ਜੇ ਸ਼ੁਰੂ ਹੋਇਆ ਨੂੰ ਸਾਲ ਕੁ ਹੋ ਚੱਲਾ, ਤਾਂ ਫਿਰ ਸਾਲ ਬਾਅਦ ਆਪਾਂ ਪ੍ਰੋਗਰਾਮ ਜ਼ਰੂਰ ਕਰਦੇ ਹੁੰਦੇ ਆ। ਸਧਾਰਨ ਪ੍ਰੋਗਰਾਮ ਕਰ ਰਹੇ ਹੋ ਜਾਂ ਉਹਦੇ ਵਿੱਚ ਕੋਈ ਵਿਸ਼ੇਸ਼ਤਾ? ਦੇਖੋ ਜੀ, ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ, ਪਿਛਲੇ ਸਾਲ ਅਗਸਤ 6 ਨੂੰ ਇਹਦੀ ਆਰੰਭਤਾ ਹੋਈ ਸੀਗੀ, ਤੇ ਆਉਣ ਵਾਲੀ ਅਗਸਤ 6 ਨੂੰ ਇਹਦਾ 1 ਸਾਲ ਐਨਵਰਸਰੀ ਮਨਾਈ ਜਾ ਰਹੀ ਹੈ, ਜਿਹੜੀ ਕਿ ਵੱਡੇ ਅਨਮੁੱਲੇ ਤੌਰ ਤੇ ਵੱਡੇ ਪੱਧਰ ਤੇ ਬਣਾਈ ਜਾ ਰਹੀ ਹੈ। ਤੇ ਇੱਕ ਸਾਰੀ ਸੰਗਤਾਂ ਨੂੰ ਸੁਨੇਹਾ ਦਿਆ ਜਾ ਰਿਹਾ, ਪੂਰੇ ਕੈਨੇਡਾ ਦੀ ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ, ਕਿ ਆ ਕੇ ਵੱਧ ਚੜ੍ਹ ਕੇ ਖੁਸ਼ੀਆਂ ਪ੍ਰਾਪਤ ਕਰੋ, ਤੇ ਮਹਾਰਾਜ ਇੱਦਾਂ ਹੀ ਤੁਹਾਨੂੰ ਸੇਵਾ ਬਖਸ਼ਦੇ ਰਹਿਣ, ਤੇ ਉਹਨਾਂ ਦੇ ਸੇਵਾ ਕਰਕੇ ਹੀ ਇਹ ਗੁਰੂ ਘਰ ਦਾ ਸਾਡਾ ਕੰਮ ਪੂਰਾ ਹੋ ਸਕਿਆ। ਬਿਲਕੁਲ ਠੀਕ ਹੈ। ਇੱਕ ਚੀਜ਼ ਦੱਸਿਓ ਕਿ ਨੌਜਵਾਨ ਤਬਕਾ ਬਹੁਤ ਹੈ, ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਬਹੁਤ ਆਏ ਭਾਰਤ ਤੋਂ, ਬਾਕੀ ਹਿੱਸਿਆਂ ਤੋਂ, ਪੁਰਾਣੇ ਬੰਦੇ ਵੀ ਇੱਥੇ ਬਹੁਤ ਨੇ, ਕਿਉਂਕਿ 50 ਸਾਲ ਪਹਿਲਾਂ ਵੀ ਆਏ ਸੱਜਣ, ਇੱਕ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ। ਆਪਸ ਦੇ ਵਿੱਚ ਕਿੱਦਾਂ ਦਾ ਗੱਠ ਜੋੜ ਹੈ, ਕਿੰਨੀ ਕੁ ਬੌਂਡਿੰਗ ਕਿੰਨੀ ਕੁ ਹੈ, ਜਾਨੀ ਨੌਜਵਾਨ ਤਬਕਾ ਜਿਹੜਾ ਸਾਥ ਦਿੰਦਾ ਸੀ ਵੱਧ ਚੜ ਕੇ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ, ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੀ ਨਵੀਂ ਜਨਰੇਸ਼ਨ ਉਹਦੇ 'ਚ ਬੜਾ ਗੈਪ ਦੇਖਿਆ ਜਾਂਦਾ ਹੈ ਪੁਰਾਣੀ ਜਨਰੇਸ਼ਨ ਦੇ। ਪਰ ਇਹ ਆਪਾਂ ਕਹਿ ਸਕਦੇ ਜਿਹੜਾ ਹੈਲੀਫੈਕਸ ਸ਼ਹਿਰ ਹੈ, ਇਹਦੇ 'ਤੇ ਤੁਸੀਂ ਸਟਰੋਂਗ ਬੌਂਡ, ਤੇ ਜਿਹੜਾ ਕਹਿ ਸਕਦੇ ਹੋ ਕਿ ਸਾਰੀ ਪੁਰਾਣੀ ਜਿਹੜੀ ਸੰਗਤ ਹੈ ਤੇ ਨਵੀਂ ਸੰਗਤ ਇਕੱਠੇ ਰਲ ਮਿਲ ਕੇ ਇਕੱਠੇ ਸੇਵਾ ਨਿਭਾਉਂਦੇ ਨੇ। ਅੱਜ ਤੋਂ ਜਦੋਂ ਗੁਰੂ ਘਰ ਨਹੀਂ ਖੁੱਲਿਆ ਸੀ, ਪੂਰੇ ਗੁਰੂ ਘਰ ਦੀ ਸੇਵਾ ਨਿਸ਼ਕਾਮ ਵੋਲੰਟੀਅਰਸ ਦੇ ਨਿਭਾਈ ਜਾਂਦੀਆਂ ਸੀਗੀਆਂ, ਤੇ ਇਹ ਇੱਕ ਐਗਜ਼ਾਮਪਲ ਹੈਗਾ ਜਿੱਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇੱਕ ਪੇਜ ਤੇ, ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਗੁਰੂ ਸਾਹਿਬ ਦੀਆਂ ਸੀਸਾਂ ਪ੍ਰਾਪਤ ਕਰਦੇ ਨੇ, ਤੇ ਜਿਹੜਾ ਉਪਦੇਸ਼ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਮਾਨਿਓ ਗ੍ਰੰਥ, ਤੇ ਉਹਨੂੰ ਮੰਨ ਕੇ ਅੱਗੇ ਚੱਲ ਰਹੇ ਨੇ ਤੇ ਬਲੇਸਿੰਗਸ ਪ੍ਰਾਪਤ ਕਰ ਰਹੇ ਨੇ। ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਇਹ ਦੱਸਿਓ ਕਿ ਪੰਜਾਬ ਜਾਂ ਭਾਰਤ 'ਚ ਕਿੱਥੋਂ ਦੇ ਰਹਿਣ ਵਾਲੇ? ਮੈਂ ਲਹਿੰਦੇ ਪੰਜਾਬ ਤੋਂ ਕਹਿ ਦੂੰ। ਕੀ ਬਾਤ ਹੈ। ਕਸ਼ਮੀਰ ਤੋਂ ਆ ਮੈਂ। ਅੱਛਾ ਜੀ, ਕੀ ਬਾਤ ਹੈ, ਕੀ ਬਾਤ ਹੈ ਜੀ। ਠੀਕ ਹੈ ਜੀ। ਤੇ ਕਦੋਂ ਦੇ ਹੈਲੀਫੈਕਸ 'ਚ? ਅਸੀਂ 2017 ਚ ਮੈਂ ਇੱਥੇ ਆਇਆ ਸੀ। ਮੇਰੀ ਮਿਸਿਸ ਇੱਥੋਂ ਦੀ ਆ ਜੀ। ਅੱਛਾ, ਇੱਥੋਂ ਦੇ ਨੇ। ਹਾਂਜੀ ਹਾਂਜੀ। ਠੀਕ ਹੈ ਜੀ। ਕਿਵੇਂ ਸ਼ਹਿਰ ਦਾ ਮਾਹੌਲ ਕਿਦਾਂ ਦਾ ਜੀ, ਉਹ ਹਵਾਵਾਂ 'ਚ ਕਿਦਾਂ ਦੇ ਰੰਗ ਨੇ? ਅਗਰ ਮੈਨੂੰ ਉਸ ਪੱਧਰ ਤੇ ਤੁਸੀਂ ਪੁੱਛੋ ਮੌਸਮ ਦਾ, ਮੈਨੂੰ ਕੋਈ ਫਰਕ ਨਹੀਂ ਪਿਆ। ਠੀਕ ਹੈ। ਉੱਥੋਂ ਵੀ ਅਸੀਂ ਮਾਈਨਸ ਟੈਂਪਰੇਚਰ ਤੋਂ ਆਏ ਸੀ, ਤੇ ਇੱਥੇ ਵੀ ਮਾਈਨਸ ਟੈਂਪਰੇਚਰ, ਉਹੀ ਬਰਫ਼, ਉਹੀ ਕੁਝ ਫਰਕ ਨਾ ਕਿ ਇੱਥੇ ਓਸ਼ਨਸ ਦੇ ਸਮੁੰਦਰ ਨੇ, ਉੱਥੇ ਪਿੱਛੇ ਪਹਾੜ ਸੀ, ਬਸ ਇੰਨਾ ਹੀ ਫਰਕ। ਠੀਕ ਹੈ ਜੀ। ਤੇ ਦੂਜਾ, ਲੋਕਾਂ ਦੇ ਵਿੱਚ ਹੈਲੀਫੈਕਸ ਦੇ ਬਾਰੇ ਜੋ ਸੁਣਿਆ ਸੀ ਨਾ ਕਿ ਬਈ ਇੱਥੋਂ ਦੇ ਲੋਕੀ ਜਿਹੜੇ ਨੇ ਤੁਹਾਨੂੰ ਵਿਸ਼ ਕਰਦੇ ਨੇ ਜਦੋਂ ਕਿਤੇ ਵੀ ਲੰਘੀਦੇ ਨਾ, ਬਜ਼ੁਰਗ ਜਿਹੜੇ ਨੇ ਤੁਹਾਨੂੰ ਵਿਸ਼ ਕਰਦੇ ਨੇ। ਬਾਕੀ ਦੇ ਕੈਨੇਡਾ ਦੇ ਸ਼ਹਿਰਾਂ 'ਚ ਇਦਾਂ ਨਹੀਂ ਹੁੰਦਾ, ਥੋੜਾ ਘਟ ਗਿਆ। ਹਾਂ, ਤੇ ਇੱਥੇ ਜਦੋਂ ਆ ਕੇ ਦੇਖਿਆ ਵਾਕਈ ਉਹ ਰਿਐਲਿਟੀ ਸੀ। ਨਹੀਂ, ਠੀਕ ਹੈ ਜੀ। ਖੁਸ਼ ਸ਼ਹਿਰ ਹੈ ਜੀ, ਖੁਸ਼ ਲੋਕਾਂ ਦਾ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਜੀ ਤੁਹਾਡਾ? ਮੈਂ ਜਸਿੰਦਰਦੀਪ। ਠੀਕ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਪੰਜਾਬ ਤੋਂ। ਜਲੰਧਰ, ਆਦਮਪੁਰ ਲਾਗੇ। ਪਿੰਡ ਕਿਹੜਾ? ਪੰਡੋਈ ਨਿਜਰਾ।
ਕੀ ਬਾਤ ਹੈ, ਤੁਸੀਂ ਮੇਰੇ ਗੁਆਂਢੀ ਹੋ? ਵਧੀਆ ਗੱਲ ਹੈ। ਤੁਸੀਂ ਮੇਰੇ ਪਿੰਡ ਦੇ ਨੇੜੇ ਪਹਿਲੇ ਬੰਦੇ ਜਿਹੜੇ ਇੰਨੇ ਨੇੜੇ ਦੇ ਮਿਲੇ ਹੋ। ਕਿੰਨਾ ਚਿਰ ਹੋ ਗਿਆ ਜੀ ਹੈਲੀਫੈਕਸ? ਮੈਂ ਰੀਸੈਂਟਲੀ ਆਇਆ ਬਾਈ। ਰੀਸੈਂਟਲੀ ਆਏ ਹੋ? 2-3 ਮਹੀਨੇ ਹੋਏ। 2-3 ਮਹੀਨੇ ਹੋਏ। ਪਹਿਲਾਂ ਕਿੱਥੇ ਸੀ? ਮੈਂ ਬਾਈ ਬਰੈਂਪਟਨ। ਠੀਕ ਹੈ ਜੀ, ਬਰੈਂਪਟਨ ਸੀ। ਤਾਂ ਹੁਣ ਜਦੋਂ ਗੁਰੂ ਘਰ ਆਉਨੇ ਹੋ ਤਾਂ ਜਿਹੜੇ ਪੁਰਾਣੇ ਬੰਦੇ ਆ ਜਿਹੜਾ ਗੱਲ ਨਾਲ ਲਾਉਂਦੇ, ਸਲਾਹ ਚੰਗੀ ਦਿੰਦੇ ਆ? ਬਹੁਤ ਵਧੀਆ ਜੀ, ਬਹੁਤ ਵਧੀਆ, ਸਾਰੇ ਬਹੁਤ ਵਧੀਆ ਜੀ। ਹਾਂਜੀ ਠੀਕ ਹੈ ਜੀ, ਬਹੁਤ ਖੁਸ਼ ਹੋ ਕੇ ਮਿਲਦੇ ਆ। ਵਧੀਆ ਵਧੀਆ। ਹਾਂਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ? ਵਧੀਆ ਤੁਸੀਂ ਠੀਕ ਠਾਕ ਹੋ? ਕਦੋਂ ਦੇ ਹੋ ਹੈਲੀਫੈਕਸ 'ਚ? ਮੈਨੂੰ ਮਾਰਚ 'ਚ ਆਇਆ ਇਸ ਮਾਰਚ 'ਚ ਆਏ ਹੋ। ਹਾਂਜੀ। ਤੇ ਕਿਵੇਂ ਦਾ ਲੱਗਿਆ ਜੀ ਬਾਕੀ ਜਿਹੜੇ ਸ਼ਹਿਰ 'ਚ ਕੈਨੇਡਾ ਦੇ 'ਚ ਆਏ ਹੋ ਉਹਦੇ ਮੁਕਾਬਲੇ ਜੇ ਆਪਾਂ ਥੋੜਾ ਜਿਹਾ ਕੰਪੈਰੀਜ਼ਨ ਕਰਨਾ ਹੋਵੇ? ਬਹੁਤ ਵਧੀਆ। ਵਧੀਆ? ਹਾਂਜੀ। ਠੀਕ ਹੈ ਜੀ, ਬਾਕੀਆਂ ਨੂੰ ਸੁਨੇਹਾ ਕੀ ਦੇਣਾ? ਬਾਕੀਆਂ ਨੂੰ ਮੈਨੂੰ ਵੀ ਪਹਿਲਾਂ ਡਰ ਸੀ ਕਿ ਪਤਾ ਨਹੀਂ ਕਿਵੇਂ ਦਾ ਹੋਊਗਾ ਜੀ। ਹਾਂਜੀ, ਪਰ ਇੱਥੇ ਆ ਕੇ ਵਧੀਆ ਲੱਗਿਆ। ਵਧੀਆ ਲੱਗਿਆ। ਹਾਂਜੀ। ਕੰਮ ਕੋ ਮਿਲ ਜਾਂਦਾ? ਹਾਂਜੀ, ਮਿਲ ਗਿਆ ਕੰਮ। ਮਿਲ ਗਿਆ ਕੰਮ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦਾ ਟੂਰ ਕਰਾਇਆ ਸੀ, ਸਾਰਾ ਜਿਹੜੀਆਂ ਚੀਜ਼ਾਂ ਜੇ ਬਣਨ ਵਾਲੀਆਂ ਉਹ ਵੀ ਦਿਖਾਈਆਂ ਤੇ ਜਿਹੜੀਆਂ ਬਣ ਗਈਆਂ ਉਹ ਵੀ ਦਿਖਾਈਆਂ। ਹਫਤੇ 'ਚ ਇੱਕ ਦਿਨ ਆਉਂਦੇ ਹੋ ਗੁਰੂ ਘਰ, ਮਹੀਨੇ 'ਚ ਇੱਕ ਦਿਨ ਆਉਂਦੇ ਹੋ ਜਾਂ ਕਿਵੇਂ? ਦੇਖੋ ਜੀ ਇਦਾਂ ਹੈ ਤੇ ਗੁਰਸਾਹਿਬ ਦੀ ਜਦੋਂ ਕਿਰਪਾ ਹੁੰਦੀ ਹੈ, ਜਿਸ ਹਿਸਾਬ ਨਾਲ ਆਪਣੇ ਸ਼ਡਿਊਲ ਹੁੰਦਾ ਤੇ ਸੇਵਾ ਜਦੋਂ ਨਿਭਾਣੀ ਹੁੰਦੀ ਹੈ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਘੱਟੋ ਘੱਟ 2 ਦਿਨ ਤੇ ਆਵਾਂ ਹੀ ਹਫਤੇ 'ਚ। ਸਮਾਂ ਨਿਕਲ ਜਾਂਦਾ, ਜਾਣੀ ਦਾਲਾਂ ਦੂਲਾਂ ਕਰਿਆਨਾ ਵੀ ਚੱਕਣਾ ਹੁੰਦਾ ਜਿਹਨੂੰ ਗਰੋਸਰੀ ਕਹਿੰਦੇ ਹੋ ਤੁਸੀਂ? ਹਾਂਜੀ ਹਾਂਜੀ ਜੀ, ਸਮਾਂ ਕੱਢਣਾ ਪੈਂਦਾ ਤੇ ਸੇਵਾ ਕਰਨੀ ਪੈਣੀ ਹੈ ਨਾ। ਤੇ ਜੇ ਮੇਨ ਹੈ ਕਿ ਵੀ ਇੱਥੇ ਸੰਗਤ ਦਾ ਸਪੋਰਟ ਇੰਨਾ ਹੁੰਦਾ ਹੈ, ਜਦੋਂ ਸ਼ਡਿਊਲ ਅਲਾਉ ਨਹੀਂ ਵੀ ਕਰਦਾ ਤਾਂ ਵੀ ਆਪਣੇ WhatsApp ਗਰੁੱਪ ਨੇ ਹਨਾ, ਆਪਣੇ Facebook ਪੇजेस ਨੇ, ਆਪਾਂ ਉੱਥੇ ਇੱਕ ਰਿਕੁਐਸਟ ਪਾਉਂਦੇ ਆ ਤੇ 10 ਸੇਵਾਦਾਰ ਆ ਜਾਂਦੇ ਕਿ ਵੀ ਮੈਂ ਇਹ ਸੇਵਾ ਕਰ ਸਕਦਾ। ਸੋ ਇਹ ਸਪੋਰਟ ਜਿਹੜਾ ਆ ਉਹ ਬਹੁਤ ਵੱਡਾ ਆ। ਜਾਨੀ ਮੰਨ ਲਓ ਜੇ ਪਤਾ ਹੋਵੇ ਕਿ ਪਰਸੋਂ ਨੂੰ ਆਪਾਂ ਆਹ ਕੰਮ ਕਰਨਾ ਤੇ ਜੇ WhatsApp ਗਰੁੱਪ ਦੇ ਵਿੱਚ ਪਾ ਦਿੰਨੇ ਹੋ ਕਿ ਭਾਈ ਵਲੰਟੀਅਰ ਚਾਹੀਦੇ, ਸੇਵਾਦਾਰ ਚਾਹੀਦੇ, ਤਾਂ ਫੌਰਨ? ਹਾਂਜੀ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ। ਜਦੋਂ ਕੋਈ ਵੱਡੇ ਸਮਾਗਮ ਅਸੀਂ ਕਰਦੇ ਆ ਸੋ ਅਸੀਂ ਇੱਕ ਵਰਕਸ਼ੀਟ ਬਣਾ ਲੈਂਦੇ ਆ ਕਿ ਵੀ ਕਿਹੜੇ ਕਿਹੜੇ ਕੰਮ ਅਸੀਂ ਕਰਨੇ ਆ, ਨੰਬਰਸ ਦੇ ਦਿੰਨੇ ਆ ਤੇ ਤੁਸੀਂ ਬਿਲੀਵ ਨਹੀਂ ਕਰੋਗੇ, ਪਾਰਕਿੰਗ ਤੋਂ ਲੈ ਕੇ ਸਟੇਜ ਮੈਨੇਜਮੈਂਟ ਤੋਂ ਲੈ ਕੇ ਲੰਗਰ ਪ੍ਰਿਪਰੇਸ਼ਨ ਤੱਕ ਉਹ ਸਾਰਾ ਸੰਗਤ ਆਪਣੇ ਆਪ ਕੰਮ ਡਿਵਾਈਡ ਕਰ ਲੈਂਦੀ ਹੈ। ਜਿੱਦਾਂ ਆਰਗੇਨਾਈਜੇਸ਼ਨ ਤੇ ਡੈਲੀਗੇਸ਼ਨ ਹੁੰਦੀ ਹੈ ਉੱਦਾਂ ਡੈਲੀਗੇਟ ਕਰ ਲੈਂਦੇ ਆ ਅਸੀਂ ਸਾਰਾ ਕੰਮ। ਤੇ ਵੱਡੇ ਵੱਡੇ ਇਵੈਂਟ ਹੋ ਗਏ ਜਿੱਦਾਂ ਖਾਲਸਾ ਸਾਜਨਾ ਦਿਵਸ ਤੇ ਆਪਣਾ ਬੰਦੀ ਛੋੜ ਦਿਵਸ, ਸਾਰੇ ਆਪਣਾ ਵੱਡੇ ਪ੍ਰੋਗਰਾਮ ਜਿਹੜੇ ਆਪਾਂ ਵੱਡੇ ਪੱਧਰ ਤੇ ਕੀਤੇ ਆ ਉਹ ਸੰਗਤ ਦੇ ਆਪਣਾ ਸਪੋਰਟ ਨਾਲ ਹੀ ਕੀਤੇ ਆ। ਹਾਂਜੀ, ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਜੀ? ਠੀਕ ਠਾਕ ਹੋ? ਕੀ ਸ਼ੁਭ ਨਾਮ ਤੇ ਕਿੱਥੋਂ ਦੇ ਹੋ? ਮੇਰਾ ਨਾਮ ਜੀ ਬਿਕਰਮਜੀਤ ਸਿੰਘ ਹੈ। ਮੇਰਾ ਪਿੰਡ ਆ ਮੋਗਾ ਡਿਸਟ੍ਰਿਕਟ ਦੇ ਵਿੱਚ ਕੋਕਰੀ ਵੈਣੀਵਾਲ ਪਿੰਡ ਹੈ। ਠੀਕ ਹੈ ਜੀ। ਹਾਂਜੀ। ਅੱਛਾ ਬਿਕਰਮ ਜੀ, ਕਿਵੇਂ ਦਾ ਲੱਗਦਾ? ਕਿਉਂਕਿ ਜਦੋਂ ਅਸੀਂ ਇੱਧਰ ਨੂੰ ਤੁਰੇ ਸੀ ਨਾ ਵੈਨਕੂਵਰ ਤੋਂ ਲਾ ਲਓ, ਉਦੋਂ ਸਾਨੂੰ ਨਹੀਂ ਸੀ ਲੱਗਦਾ ਕਿ ਭਾਈ ਵੈਨਕੂਵਰ ਵਰਗਾ ਹੋਊਗਾ, BC ਵਰਗਾ ਹੈਲੀਫੈਕਸ ਹੋਊਗਾ, ਗ੍ਰੀਨਰੀ ਇੰਨੀ। ਸਾਨੂੰ ਤਾਂ ਲੱਗਦਾ ਬਰਫ਼ ਦੇ ਵਿੱਚ ਹੀ ਦੱਬਿਆ ਰਹਿੰਦਾ ਸ਼ਹਿਰ ਇਹ, ਪਰ ਇੱਥੇ ਤਾਂ ਲੋਕ ਵੀ ਨਿੱਘੇ ਨੇ ਤਾਂ ਮੌਸਮ ਵੀ ਨਿੱਘਾ ਲੱਗਦਾ ਅੱਜ। ਬਿਲਕੁਲ ਬਿਲਕੁਲ, ਇਹ ਆਪਣੇ ਜਿਹੜੇ ਪੰਜਾਬੀ ਆ ਨਾ ਇਹਨਾਂ ਨੂੰ ਵਹਿਮ ਆ। ਜਦੋਂ ਅਸੀਂ ਇੱਥੋਂ ਜਾਈਦਾ ਕਈ ਵਾਰ ਜਿਵੇਂ ਟੋਰਾਂਟੋ ਜਾਂ ਕਿਤੇ ਹੋਰ, ਉਹ ਕਹਿਣਗੇ ਕਿ ਮੌਸਮ ਬਹੁਤ ਖਰਾਬ ਆ, ਟੋਰਾਂਟੋ ਵਰਗਾ ਵੈਦਰ ਆ। ਮੈਂ ਤਾਂ ਉਹਨਾਂ ਨੂੰ ਮਜ਼ਾਕ 'ਚ ਕਹਿਣਾ ਹੁਣ ਅਸੀਂ ਤਾਂ ਇਗਲੂ ਦੇ ਵਿੱਚ ਰਹਿੰਦੇ ਆ, ਰਾਈਟ? ਤੇ ਪਰ ਨਹੀਂ, ਵੈਦਰ ਬਿਲਕੁਲ ਵਧੀਆ। ਮੈਨੂੰ 9 ਸਾਲ ਹੋ ਗਏ ਇੱਥੇ ਰਹਿੰਦੇ ਨੂੰ। ਕੀ ਬਾਤ ਹੈ ਜੀ। ਤੇ ਮੈਨੂੰ ਮਤਲਬ ਦੂਜੇ ਸ਼ਹਿਰਾਂ ਨਾਲੋਂ ਵਧੀਆ ਲੱਗਦਾ। ਤੁਹਾਨੂੰ ਈਜ਼ੀ ਐਕਸੈਸ ਆ ਹਰ ਚੀਜ਼ ਦਾ। ਅੱਧੇ ਘੰਟੇ 'ਚ ਤੁਸੀਂ ਸਿਟੀ ਪੂਰਾ ਕ੍ਰਾਸ ਕਰ ਸਕਦੇ ਹੋ। ਕੀ ਬਾਤ ਹੈ। ਤੇ ਉੱਥੇ ਤਾਂ ਅੱਧੇ ਘੰਟੇ ਕੇ 2 ਗਲੀਆਂ ਨਹੀਂ ਪਾਰ ਹੁੰਦੀਆਂ ਜਿੰਨਾ ਟ੍ਰੈਫਿਕ ਹੋ ਗਿਆ। ਇੱਥੇ ਹੁਣ ਥੋੜਾ ਟ੍ਰੈਫਿਕ ਥੋੜਾ ਜਿਹਾ ਵਧਿਆ ਪਰ ਸਟਿਲ ਐਕਸੈਸਿਬਲ ਆ। ਜਿਵੇਂ ਮੇਰਾ ਘਰ ਆ, ਘਰ ਤੋਂ ਆਫਿਸ ਸਿਰਫ 3 ਮਿੰਟ ਦੀ ਡਰਾਈਵ ਹੈ। ਕੀ ਬਾਤ। ਤੇ ਬੱਚਿਆਂ ਦਾ ਸਕੂਲ ਨਾਲ ਆ, ਇਨ ਕੇਸ ਆਈ ਹੈਵ ਟੂ ਗੋ ਕਿ ਉਹਨਾਂ ਦੇ ਸਕੂਲ 'ਚ ਲੋੜ ਆ, ਮੈਂ 5 ਮਿੰਟ ਦੇ ਅੰਦਰ ਅੰਦਰ ਜਾ ਸਕਦਾ। ਠੀਕ ਹੈ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਮੈਂ ਪਿੱਛੇ ਜਾਣਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ? ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਜੀ? ਕੀ ਸ਼ੁਭ ਨਾਮ ਜੀ? ਜਸਬੀਰ ਸਿੰਘ ਜੀ। ਠੀਕ ਹੈ ਜੀ, ਤੁਹਾਡਾ ਜੀ? ਕੁਲਵਿੰਦਰ ਵਾਈਫ ਹੈ ਮੇਰੇ। ਹਾਂਜੀ ਹਾਂਜੀ, ਮੈਂ ਸਮਝ ਗਿਆ ਸੀ ਜੀ। ਤੇ ਕਿੱਥੋਂ ਦੇ ਰਹਿਣ ਵਾਲੇ? ਪੰਜਾਬ ਤੋਂ? ਅਸੀਂ ਮੋਹਾਲੀ ਤੋਂ ਜੀ। ਮੋਹਾਲੀ ਤੋਂ, ਠੀਕ ਹੈ ਜੀ। ਚਲੋ ਹੁਣ ਤਾਂ ਰਾਜਧਾਨੀ ਉਹੀ ਬਣਾਤੀ ਸਰਕਾਰਾਂ ਨੇ, ਸਾਰੇ ਦਫ਼ਤਰ ਤੋਂ ਉੱਥੇ ਆ ਗਿਆ ਚੰਡੀਗੜ੍ਹੋਂ। ਹਾਂਜੀ ਬਿਲਕੁਲ ਜੀ। ਤੇ ਇੱਥੇ ਇਸ ਸ਼ਹਿਰ 'ਚ ਕਦੋਂ ਦੇ ਹੋ ਜੀ? ਅਸੀਂ ਹੈਗੇ ਆ ਵਾਈਲਡਵਿਲ ਰਹਿੰਦੇ ਆ। ਹਾਂਜੀ। ਲੂਡਨਬਰਗ ਤੋਂ ਅੱਧਾ ਘੰਟਾ ਅੱਗੇ। ਠੀਕ ਹੈ ਜੀ। ਬ੍ਰਿਜਵਾਟਰ ਤੋਂ ਬਾਅਦ ਅਸੀਂ ਉੱਥੋਂ ਆਏ ਕੱਲ ਰਾਤੀ। ਪਤਾ ਹੁੰਦਾ ਤੁਹਾਡੇ ਕੋਲ ਚਾਹ ਪੀ ਕੇ ਆਉਂਦੇ? ਸਾਨੂੰ ਆਪ ਲੇਟ ਪਤਾ ਲੱਗਾ। ਠੀਕ ਹੈ ਜੀ, ਮੈਂ ਮਿਸ ਕੀਤਾ, ਫਿਰ ਸਪੈਸ਼ਲ ਤੁਹਾਨੂੰ ਮਿਲਣ ਵਾਸਤੇ ਆਏ ਸੀ ਜੀ। ਨਹੀਂ ਚਲੋ, ਬਹੁਤ ਮਿਹਰਬਾਨੀ ਜੀ। ਆਪਾਂ ਰਿਕਾਰਡਿੰਗ ਕਰਕੇ ਫਿਰ ਗੱਲਾਂ ਬਾਤਾਂ ਕਰਦੇ ਆਂ ਬਹਿ ਕੇ। ਹਾਂਜੀ, ਅਸੀਂ ਦਰਸ਼ਨ ਕਰਨ ਆਉਂਦੇ ਆ ਗੁਰਦੁਆਰਾ ਸਾਹਿਬ ਦੇ। ਅੱਛਾ, ਇਸ ਗੁਰਦੁਆਰਾ ਸਾਹਿਬ 'ਚ ਇੱਕ ਅੱਧੀ ਵਾਰ ਆ ਜਾਂਦੇ ਆ, 2 ਵਾਰ ਵੀ ਆ ਜਾਂਦੇ ਆ। ਅੱਛਾ, 2 ਵਾਰ ਵੀ ਆ ਜਾਂਦੇ ਹੋ। ਮੈਨੂੰ ਲੱਗਦਾ ਘੰਟੇ ਦੀ ਡਰਾਈਵ ਹੋਣੀ ਆ। 1 ਘੰਟੇ ਦੀ। 1 ਘੰਟੇ ਦੀ ਡਰਾਈਵ ਹੈਗੀ। ਸਵਾ ਘੰਟਾ ਲਾ ਲਓ, 1 ਘੰਟਾ ਲਾ ਲਓ। ਠੀਕ ਹੈ ਜੀ। ਨਹੀਂ ਚਲੋ, ਤੇ ਕਿੰਨੇ ਸਾਲ ਹੋ ਗਏ ਇਸ ਪ੍ਰੋਵਿੰਸ ਦੇ ਵਿੱਚ? ਇੱਥੇ ਸਾਲ ਹੋ ਗਿਆ, ਵੈਸੇ 15 ਸਾਲ ਹੋ ਗਏ। 15 ਸਾਲ ਹੋ ਗਏ। ਤੁਸੀਂ ਚੰਗੇ ਇਲਾਕੇ 'ਚ ਰਹਿੰਦੇ ਹੋ ਵੈਸੇ, ਉੱਥੇ ਜਿੱਥੇ ਰਹਿੰਦੇ ਹੋ ਨਾ? ਹਾਂਜੀ, ਸਾਡਾ ਵਾਈਲਡਵਿਲ ਹੈ, ਬਿਲਕੁਲ ਖਾਲੀ ਹੈ। ਖਾਲੀ ਹੈ, ਫਸਟ ਕਲਾਸ ਪਿਆ। ਕੀ ਬਾਤ ਹੈ। ਚਲੋ ਸ਼ੁਕਰੀਆ ਜੀ, ਸ਼ੁਕਰੀਆ ਜੀ, ਮਿਹਰਬਾਨੀ ਜੀ। ਆਓ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਬਸ ਠੀਕ ਜੀ। ਠੀਕ ਠਾਕ ਹੋ? ਤੇ ਨੌਜਵਾਨ ਖੜੇ ਹੋ ਤਿੰਨੇ, ਤੇ ਮੈਨੂੰ ਇਹ ਦੱਸਿਓ ਕਿ ਤੁਹਾਡੇ ਤੋਂ ਪੁੱਛ ਲੈਣਾ, ਕਦੇ ਕੋਈ ਦਿੱਕਤ ਤਾਂ ਨਹੀਂ ਆਈ ਇੱਥੇ ਕਿ ਕਿਸੇ ਨੇ ਸਲਾਹ ਨਾ ਠੀਕ ਦਿੱਤੀ ਹੋਵੇ ਪੁਰਾਣੇ ਬੰਦੇ ਨੇ? ਜਾਂ ਮੈਂ ਉਹ ਕਿਉਂਕਿ ਇੱਕ ਪਾੜਾ ਜਿਹਾ ਨਾ ਪਿਛਲੇ ਦਿਨਾਂ ਦੇ ਵਿੱਚ ਕੁਝ ਇੱਕ ਹਵਾਵਾਂ ਦੇ ਵਿੱਚ ਗੱਲਾਂ ਚੱਲਦੀਆਂ ਸੀ, ਪੁਰਾਣੇ ਨਵਿਆਂ 'ਚ ਪਾੜਾ ਬੜਾ। ਮੈਨੂੰ ਤਾਂ ਨਹੀਂ ਇੱਥੇ ਨਜ਼ਰ ਆਇਆ, ਤੁਹਾਨੂੰ ਕਿਵੇਂ ਲੱਗਾ? ਨਹੀਂ, ਇੱਥੇ ਆ ਕੇ ਕਦੇ ਨਹੀਂ ਇਦਾਂ ਲੱਗਾ ਜੀ। ਜੀ। ਸਪੈਸ਼ਲੀ ਇੱਥੇ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਆ, ਸਾਰੇ ਰਲ ਮਿਲ ਕੇ ਕੰਮ ਕਰਦੇ ਨੇ ਜੀ। ਤੇ
ਇਦਾਂ ਕਦੇ ਨਹੀਂ ਹੋਇਆ ਕਿ ਕਿਸੇ ਨੇ ਕੋਈ ਪੁੱਠੀ ਸਲਾਹ ਦੇ ਦਿੱਤੀ ਹੋਵੇ ਤੇ ਕੋਈ ਪੁੱਠੀ ਪਈ ਹੋਵੇ। ਠੀਕ ਹੈ ਜੀ। ਤੇ ਹੁਣ ਤੱਕ 2 ਸਾਲ ਹੋ ਗਏ ਇੱਥੇ ਜੀ ਤੇ ਸਾਰਾ ਕੁਝ ਵਧੀਆ ਜਾ ਰਿਹਾ ਹੈ, ਵਧੀਆ ਜੋਬ ਆ ਐਂਡ ਅੱਗੇ ਵੀ ਵਧੀਆ ਹੀ ਦਿਖ ਰਿਹਾ ਵਧੀਆ ਦਿਖ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਸ਼ੁਭ ਨਾਮ ਤੁਹਾਡਾ? ਬਲਪ੍ਰੀਤ ਸਿੰਘ ਜੀ। ਅੱਛਾ ਬਲਪ੍ਰੀਤ ਸਿੰਘ ਜੀ, ਤੁਸੀਂ ਮੈਨੂੰ ਦੱਸਿਓ ਕਿ ਹੈਲੀਫੈਕਸ ਥੋੜੇ ਸਾਲ ਪਹਿਲਾਂ ਤੱਕ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨਹੀਂ ਹੁੰਦੇ, ਨੰਬਰਾਂ 'ਚ ਨਹੀਂ ਸੀ ਕੈਨੇਡਾ 'ਚ। ਹੁਣ ਇੱਕਦਮ ਪੋਪੂਲੇਸ਼ਨ ਵੀ ਵੱਧ ਰਹੀ ਹੈ। ਤੁਹਾਡਾ ਤਜਰਬਾ ਹੈਲੀਫੈਕਸ ਦਾ, ਗੁਰੂ ਘਰ ਦਾ, ਪ੍ਰਬੰਧਕਾਂ ਦਾ, ਇੱਥੋਂ ਦੇ ਪੁਰਾਣੇ ਬੰਦਿਆਂ ਨਾਲ ਕਿਹੋ ਜਿਹਾ ਰਿਹਾ? ਜੀ ਜਿਵੇਂ ਮੈਂ ontario ਤੋਂ ਆਇਆ ਇੱਥੇ ਜੀ ਤੇ ਪਹਿਲਾਂ ਤਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਹੈਲੀਫੈਕਸ ਵੀ ਕੋਈ ਨਾ ਦੀ ਕੋਈ ਚੀਜ਼ ਦੁਨੀਆ ਤੇ ਹੈਗੀ ਸੀਗਾ ਜਦ 5 ਸਾਲ ਪਹਿਲਾਂ ਸੀਗੇ ਆਏ ਹਨਾ। ਜੀ ਤੇ ਹੁਣ ਜਦੋਂ ਇੱਥੇ ਆਏ ਆ ਤੇ ਹੁਣ ਐਂ ਲੱਗਦਾ ਵੀ ਇੱਥੇ ਵਰਗਾ ਤਾਂ ਸ਼ਹਿਰ ਹੀ ਹੈ ਨਹੀਂ ਸ਼ਹਿਰ ਹੀ ਕੋਈ ਨਹੀਂ। ਤੇ ਉੱਥੇ ਤਾਂ ਵੀ ਟ੍ਰੈਫਿਕ ਤੇ ਇੰਨਾ ਜ਼ਿਆਦਾ ਨਾ ਵੀ ਗਾਹ ਸੀਗਾ ਪੈਂਦਾ ਤੇ ਇੱਥੇ ਆ ਕੇ ਸਾਰਾ ਕੁਝ ਨੇੜੇ ਆ। ਗੁਰੂ ਘਰ 'ਚ ਵੀ ਐਨ ਜਿੱਦਾਂ ਮੇਰਾ ਜਦੋਂ ਆਇਆ ਪਹਿਲਾਂ ਨਾ ਮੈਨੂੰ ਓਪਰਾ ਜਿਹਾ ਲੱਗਿਆ ਥੋੜਾ ਜਿਹਾ ਤੇ ਗੁਰੂ ਘਰ ਆ ਕੇ ਮੈਂ ਰਿਹਾ ਹੈ ਨਾ ਵੀ 2-3 ਘੰਟੇ ਸੇਵਾ ਕੀਤੀ ਵੀ ਮੈਨੂੰ ਐਨ ਵੀ ਵਧੀਆ ਫੀਲ ਹੋਇਆ ਇੱਥੇ ਆ ਕੇ ਨਾ। ਹੁਣ ਕਦੇ ਆ ਜਾਂਦੇ ਹੋ? ਹੁਣ ਤਾਂ ਵੀਕਐਂਡ ਤੇ ਆਈ ਜਾਂਦਾ ਆਈ ਜਾਂਦੇ। ਠੀਕ ਹੈ ਜੀ, ਸ਼ੁਕਰੀਆ ਭਾਜੀ। ਤੁਹਾਡਾ ਕੀ ਹਾਲ ਚਾਲ ਆ? ਵਧੀਆ ਜੀ ਵਧੀਆ, ਤੁਸੀਂ ਦੱਸੋ? ਵਧੀਆ। ਤੁਸੀਂ ਸਾਨੂੰ ਇਸ ਸੂਬੇ 'ਚ ਪਹਿਲੇ ਦਿਨ ਵੀ ਆਏ ਕਿ ਮਿਲੇ ਸੀ ਤਾਂ ਅੱਜ ਵੀ ਦਰਸ਼ਨ ਹੋਏ ਆ ਤੁਹਾਡੇ? ਹਾਂਜੀ। ਅੱਛਾ, ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ? ਮੈਨੂੰ ਕੈਨੇਡਾ ਆਏ ਨੂੰ 6 ਸਾਲ ਹੋ ਗਏ, ਪਰ ਉਦਾਂ ਮੈਨੂੰ ਹੈਲੀਫੈਕਸ ਵਿੱਚ 3 ਸਾਲ ਹੋ ਗਏ ਜੀ। 3 ਸਾਲ ਹੋ ਗਏ ਆ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਤੁਹਾਨੂੰ ਤੁਹਾਡਾ ਗਵਾਂਢੀ ਮਿਲ ਗਿਆ, ਮੈਨੂੰ ਮੇਰਾ ਗਵਾਂਢੀ ਮਿਲ ਗਿਆ। ਉਹਨਾਂ ਦਾ ਪਿੰਡ ਕੋਕਰੀ ਕਲਾ, ਮੇਰਾ ਦਾਤਾ ਜੀ। ਅੱਛਾ, ਅੱਗੇ ਪਤਾ ਨਹੀਂ ਸੀ? ਨਹੀਂ, ਮੈਨੂੰ ਨਹੀਂ ਪਤਾ, ਪਹਿਲੀ ਵਾਰ ਦੇਖਿਆ। ਨਹੀਂ ਚਲੋ, ਨੰਬਰ ਇੱਕ ਦੂਜੇ ਲੈ ਲਿਓ, ਚਾਹ ਚੂ ਪੀਓ ਇੱਕ ਦੂਜੇ ਤੋਂ ਜਾ ਕੇ, ਠੀਕ ਹੈ? ਪਰ ਇੱਕ ਦੂਜੇ ਦੇ ਪਿੰਡ ਦੀਆਂ ਨੁਕਸ ਨਹੀਂ ਕੱਢਣੇ। ਨਹੀਂ ਨੁਕਸ ਸਹੀ ਨਹੀਂ, ਪਿੰਡ ਦੋਵਾਂ ਦੇ ਸੋਹਣੇ, ਬਸ ਸੜਕ ਹੀ ਮਾੜੀ ਆ। ਸੜਕ ਠੀਕ ਹੈ ਜੀ। ਤੇ ਬਰਫ਼ ਬਹੁਤ ਤਾਂ ਨਹੀਂ ਪੈਂਦੀ ਇੱਥੇ? ਨਹੀਂ ਜੀ, ਪਹਿਲਾਂ ਜਿੱਥੇ ਮੈਂ ਆਟੋਵਾ ਰਹਿੰਦਾ ਸੀ ਉਹਦੇ ਨਾਲੋਂ ਤਾਂ ਬਹੁਤ ਜ਼ਿਆਦਾ ਇੱਥੇ ਘੱਟ ਪੈਂਦੀ ਹੈ, ਪਰ ਬਹੁਤ ਮਾਈਲਡ ਵੈਦਰ ਹੈਗਾ ਇਹਨਾਂ ਦਾ ਜਿਹੜਾ ਵਿੰਟਰ ਦੇ ਵਿੱਚ। ਪਰ ਮੈਨੂੰ ਤਾਂ ਬਹੁਤ ਵਧੀਆ ਲੱਗੇ ਜਦੋਂ ਦੇ ਇੱਥੇ ਹੈਲੀਫੈਕਸ ਆਏ ਹੋਏ ਆ। ਪਹਿਲਾਂ ਜਿੱਦਾਂ ਬਾਈ ਨਿਕਲ ਟ੍ਰੈਫਿਕ ਬਹੁਤ ਘੱਟ ਆ ਤੇ ਉੱਦਾਂ ਵੀ ਕਮਿਊਨਿਟੀ ਬਹੁਤ ਵੈਲਕਮ ਸੀ ਜਦੋਂ ਇੱਥੇ ਆਏ ਸੀ ਅਸੀਂ। ਤੇ ਮੇਨਲੀ ਤੁਹਾਨੂੰ ਇੱਥੇ ਜ਼ਿਆਦਾ ਸਾਡੇ ਸਟੂਡੈਂਟ ਹੀ ਦੇਖਣ ਨੂੰ ਮਿਲਣਗੇ। ਸਾਡੇ ਬਜ਼ੁਰਗ ਵੀ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ, ਤੇ ਪਰ ਜਿਹੜੇ ਅਸੀਂ ਕਿਸੇ ਹੋਰ ਪ੍ਰੋਵਿੰਸਸ ਜਾ ਕੇ ਪੜ੍ਹਦੇ ਆ, ਜਿਹੜੀ ਸਭ ਤੋਂ ਮੇਨ ਰੀਜ਼ਨ ਹੈਗਾ ਇੱਥੇ। ਤੁਸੀਂ ਇੰਨਾ ਕਹਿਣ ਜੋਗੇ ਹੋ ਗਏ ਕਿ ਇੱਥੇ ਗੁਰਦੁਆਰਾ ਦੀ ਨਵੀਂ ਇਮਾਰਤ ਮੇਰੇ ਆਏ ਤੇ ਬਣੀ ਸੀ? ਹਾਂ, ਮੈਂ ਉਹਦੀ ਬਣੀ। ਅਸੀਂ ਸੇਵਾ ਵੀ ਕਰਦੇ ਹੁੰਦੇ ਜਦੋਂ ਸੇਵਾ ਕਰਦੇ ਹੁੰਦੇ ਸੀ। ਨਹੀਂ, ਸੇਵਾ ਤੋਂ ਭਾਵ ਜਾਨੀ ਗੁਰਦੁਆਰਾ ਸਾਹਿਬ ਜਦੋਂ ਕੰਸਟਰਕਸ਼ਨ ਚੱਲਦੀ ਸੀ? ਹਾਂਜੀ, ਜਦੋਂ ਕੰਸਟਰਕਸ਼ਨ ਚੱਲਦੀ ਬਹੁਤ ਵਧੀਆ। ਉਹ ਜਦੋਂ ਅਸੀਂ ਆਏ ਹੋਏ ਸੀਗੇ ਨਾ, ਉਹ ਇੱਕ ਫਰੇਮ ਰੈਡੀ ਹੋ ਚੁੱਕਿਆ ਸੀਗਾ। ਠੀਕ ਹੈ ਜੀ। ਤੇ ਜਿਵੇਂ ਉਹਨਾਂ ਨੇ ਦੱਸਿਆ ਭਾਜੀ ਨੇ ਵੀ, ਉਹ ਇੱਕ ਉਹ ਬਣਾ ਦਿੰਦੇ ਹੁੰਦੇ ਸੀ ਵੀ ਇਹ ਬੰਦੇ ਨੂੰ ਇਹ ਸੇਵਾ, ਇਹ ਬੰਦੇ ਨੂੰ ਇਹ ਸੇਵਾ। ਸੋ ਜੋ ਵੀ ਸੇਵਾ ਲੱਗਦੀ ਹੁੰਦੀ ਸੀ, ਜਦੋਂ ਵੀ ਵਿਹਲੇ ਹੁੰਦੇ ਸੀ ਉਹ ਸੇਵਾ ਕਰਨ ਆ ਜਾਂਦੇ। ਕੀ ਬਾਤ ਹੈ ਜੀ। ਹਾਂਜੀ ਪਲੀਜ਼। ਜਦੋਂ ਸਾਡਾ ਗੁਰਦੁਆਰਾ ਸਾਹਿਬ ਸੀਗਾ, 2-3 ਵਾਰੀ ਕੋਈ ਬਾਹਰੋਂ ਕੋਈ ਸਾਡੇ ਵਿਜ਼ਟਰਸ ਆਏ, ਉਹਨਾਂ ਨੇ ਕਿਹਾ ਸਭ ਤੋਂ ਜ਼ਿਆਦਾ ਕਲੀਨ ਕੰਸਟਰਕਸ਼ਨ ਸਾਈਟ ਆ। ਕੀ ਬਾਤ ਹੈ। ਸੋ ਇਹ ਸੇਵਾ ਸੀਗੀ ਜਿਹੜੀ ਅਸੀਂ ਵਾਰੀ-ਵਾਰੀ ਸਫਾਈ ਕਰਦੇ, ਜਦੋਂ ਗੰਦ ਪੈਂਦਾ ਸਫਾਈ ਕਰਦੇ ਸੀ ਗੁਰਦੁਆਰਾ ਸਾਹਿਬ ਦੀ ਆ ਕੇ। ਕੀ ਬਾਤ ਹੈ ਜੀ। ਸਾਰੀ ਸੰਗਤ ਨੇ, ਅਸੀਂ ਜਦੋਂ ਬੇਸਮੈਂਟ ਤਿਆਰ ਕੀਤੀ ਆ, ਸਾਡੇ ਕੋਲ ਬਿਲਕੁਲ ਫੰਡ ਨਹੀਂ, ਖਤਮ ਹੋ ਚੁੱਕੇ ਸੀ, ਵੇਟ ਕਰ ਰਹੇ ਸੀ ਕਿ ਫੰਡ ਆਣਗੇ ਤੇ ਖਜ਼ਾਨਾ ਖਾਲੀ ਸੀ ਉਦੋਂ। ਖਜ਼ਾਨਾ ਖਾਲੀ ਸੀ। ਅਸੀਂ ਜਦੋਂ ਪਿਟਸ ਲਗਾਈਆਂ ਵਾ, ਜਿਹੜੀਆਂ ਆਪਣੀਆਂ ਸਬਮਰਸੀਬਲ ਲਗਾਈਆਂ ਥੱਲੇ, ਉਹਦੇ ਅਸੀਂ ਆਪ ਡਿੱਗ ਕੀਤੀਆਂ। ਸਾਡੇ ਕੋਲ ਵੀਡੀਓਜ਼ ਨੇ, ਅਸੀਂ ਸਾਰਿਆਂ ਨੇ ਆਪ ਲੱਗੇ ਸੀ ਡਿੱਗ ਕਰਕੇ ਵੀ ਚਲੋ ਉਨੀ ਦੇਰ ਕੰਮ ਚਲਾਉਂਦੇ ਰਹੀਏ, ਕੁਛ ਨਾ ਕੁਛ ਕਰਦੇ ਰਹੀਏ। ਤਾਂ ਅਸੀਂ ਸੰਗਤ ਨੇ ਬਹੁਤ ਸੇਵਾ ਕੀਤੀ ਆ। ਹਾਂਜੀ, ਫਲੋਰ ਜਦੋਂ ਅਸੀਂ ਪਾਇਆ, ਕੰਕਰੀਟ ਫਲੋਰ, ਉਹਦੀ ਸਾਰੀ ਅੰਡਰਲੇ ਅਸੀਂ ਆਪ ਕੀਤੀ ਆ। ਠੀਕ ਹੈ ਜੀ। ਸੰਗਤ ਨੇ ਸਾਰੇ ਮੈਂਬਰ ਪਾਰਟਿਸਿਪੇਟ ਕਰ ਰਹੇ ਸੀ। ਸੈਕਟਰੀ ਸਾਹਿਬ, ਹਾਂਜੀ ਪਲੀਜ਼। ਹਾਂਜੀ, ਇੱਕ ਮੈਂ ਤੁਹਾਨੂੰ, ਅੱਛਾ ਇਹ ਸਾਡੇ ਆ ਜਾਓ, ਮੈਂ ਇਹਨਾਂ ਨੂੰ ਇੱਧਰ ਆਓ ਜੀ। ਹਾਂਜੀ, ਸਾਨੂੰ ਐ ਲੱਗਦਾ ਸੀ, ਆ ਜਾਓ ਜੀ, ਤੁਸੀਂ ਵੀ ਲਾ ਕੇ ਆ ਜਾਓ। ਹਾਂਜੀ, ਫਿਰ ਮੈਂ ਤੁਹਾਨੂੰ ਸਾਈ ਦੇ ਬਾਰੇ ਮੈਂ ਤੁਹਾਨੂੰ ਦੱਸਣਾ। ਆਓ ਜੀ, ਆਓ ਇੱਧਰ ਲਾ ਕੇ ਆਓ। ਇਹ ਸਾਊਥ ਇੰਡੀਅਨ ਨੇ। ਅੱਛਾ ਜੀ। ਇਹਨਾਂ ਦੀ ਫੈਮਿਲੀ ਨੂੰ ਜਿੱਦਾਂ ਆਪਣੀ ਚਾਈਲਡ ਸਰਵਿਸਿਜ਼ ਵੱਲੋਂ ਪ੍ਰੋਬਲਮ ਹੋਈ ਸੀ, ਮੈਰੀਟਮ ਸਿੱਖ ਸੁਸਾਇਟੀ ਨੇ ਇਹਨਾਂ ਦੀ ਹੈਲਪ ਕੀਤੀ। ਹੁਣ ਇਹ ਸਿੰਘ ਸੱਜ ਗਏ ਨੇ। ਸਾਡੀ ਸੇਵਾ ਤੋਂ, ਸਾਡੀ ਹੈਲਪ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਿੰਘ ਪੱਕੇ ਸਿੰਘ ਸੱਜ ਗਏ ਨੇ। ਆਪਣੇ ਬੱਚਿਆਂ ਨੂੰ ਹੁਣ ਸਿੱਖ ਕਹਿੰਦੇ ਨੇ, ਉਹਨਾਂ ਨੂੰ ਰੋਜ਼ ਗੁਰਦੁਆਰਾ ਲੈ ਕੇ ਆਉਂਦੇ ਨੇ। ਸੋ ਇਸ ਕਰਕੇ ਇਹਨਾਂ ਨੂੰ ਲੱਗਾ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਕਿਹੜੇ ਸਾਲ ਦੀ ਗੱਲ ਸੀ ਜੀ ਇਹ? ਪਿਛਲੇ ਸਾਲ ਦੀ। 2 ਸਾਲ ਇਹਨਾਂ ਦੀ ਪ੍ਰੋਬਲਮ ਚੱਲੀ, ਪਰ ਇਹਨਾਂ ਨੇ ਬੜੇ ਸਾਰੇ ਪਾਸਿਓਂ ਇਹ ਜਦੋਂ ਬਿਲਕੁਲ ਹਤਾਸ਼ ਹੋ ਕੇ ਫਿਰ ਸਾਡੇ ਕੋਲ ਆਏ ਤੇ ਅਸੀਂ ਸਾਨੂੰ ਲੱਗਾ ਵੀ ਜਦੋਂ ਗੁਰੂ ਦੀ ਸ਼ਰਨ ਚ ਕੋਈ ਆ ਜਾਂਦਾ, ਉਹਦੀ ਹੈਲਪ ਕਰਨੀ ਜ਼ਰੂਰੀ ਹੈ। ਸਭ ਨੇ ਹੈਲਪ ਕੀਤੀ, ਪੂਰੀ ਕਮਿਊਨਿਟੀ ਨੇ ਰਲ ਕੇ ਇਹਨਾਂ ਦੀ ਹੈਲਪ ਕੀਤੀ, ਸਰਕਾਰ ਨਾਲ ਵੀ ਮੱਥਾ ਲਾਇਆ। ਤੇ ਹੁਣ ਇਹਨਾਂ ਦੀ ਜਿਹੜੀ ਫੈਮਿਲੀ ਕਾਫੀ ਸੈੱਟ ਹੋ गई है। ठीक ठाक हो जी? ठीक ठाक हो। हाँ, क्या पंजाबी समझ लेना थोड़ी थोड़ी? हिंदी। अच्छा, हिंदी में बात कर लेते हैं। क्या नाम क्या है आपका जी? साई विजय राज। ठीक है जी। पंजाब भारत में कौन से राज्य से हो आप? मैं तेलंगाना से हूँ। तेलंगाना से हो। अभी आपका राज्य भी नया बना है ना? पहले आंध्रा में होते थे? पहले आंध्रा में होते थे। कब आए थे, कौन से वर्ष आए थे यहाँ पर? 2018 में। क्या समस्या बता सकते हो, क्या हो गई थी जी? मेरे 2 बच्चों को चाइल्ड सर्विसेज डिपार्टमेंट ऑफ कम्युनिटी सर्विसेज ने ले लिया था। ठीक है जी। और गलत आरोप लगा दिए मेरे ऊपर। और 2 साल तक मैं हर एक चौखट पे जाता रहा, वहाँ से मेरे को कोई भी सहायता नहीं मिली जी। तो जब मैं हताश होकर यहाँ आया गुरु के द्वार, तो मेरे को गुरु ने और गुरु की संगत ने ऐसा मुझे अपना लिया जी।
और मुझे एक नया परिवार मिल गया यहाँ पे आके, और मैंने ये गुरु के रास्ते पे चलने का मैंने प्रण कर लिया और ह्यूमन बीइंग होने के खातिर सभी लोग बोलते हैं कि हम ह्यूमन बीइंग हैं, मगर बीइंग ह्यूमन इज़ द मेन रीज़न। बिल्कुल। और मैं यहाँ पे आने के बाद वो मैंने महसूस किया है कि हाँ, कि ह्यूमन बीइंग हमें बोलते हैं मगर बीइंग ह्यूमन फैक्टर किसी में नहीं है। वो यहाँ पे आने के बाद मैंने फेल्ट किया है। और क्या बात और यहाँ क्या बात। अच्छा, अभी जो पंजाबियों के बारे में, सिखों के बारे में बताया जाता है कि बहुत हेल्पफुल हैं, मदद करते हैं हर किसी को अपने पास रखते हैं, अगर किसी को ज़रूरत हो शरण में लेते हैं, तो ऐसा प्रैक्टिकली महसूस किया आपने? प्रैक्टिकली महसूस किया है और कर रहा हूँ, और मेरे बच्चों को भी यही सिखा रहा हूँ जी। मेरे बच्चे भी मेरा बेटा भी पग बांध रहा है। क्या बात है। हाँ, तो मैं भी पग बांध रहा हूँ और आई एम वेरी प्राउड शुक्रिया टू बी एसोसिएटेड एंड आई एम वेरी ब्लेस्ड। शुक्रिया जी, बहुत मेहरबानी। अच्छा लगा कि आपने ये सारा एक्सपीरियंस, जो तजुर्बा है, लोगों के साथ शेयर किया, क्योंकि आगे तक बात जाएगी तो शायद दुनिया में थोड़ा सा आशावादी जो वातावरण है ना, वो बनेगा आगे भी। मैं सुसाइड की कगार पे पहुंच गया। क्या बात, सुसाइड की कगार पे पहुंच गया था। मैडम ने मेरे को, अगर मैं 2-3 दिन लेट होता तो मेरी लाश थी। ओह सच्ची। he told me ਜਦੋਂ ਮੈਨੂੰ ਮਿਲਣ ਆਏ ਘਰ ਮੇਰੇ, he just fell on the floor। अब बच्चे ठीक हैं, सब ठीक चल रहा है? बच्चा ठीक है। अब बच्चे ठीक है, सब ठीक है। बच्चे वाहिगुरु की दया से, कृपा से बच्चे वापस आ गए। ਇਹਨਾਂ ਨਾਲ he was wronged, now everything is corrected। चलो ठीक है जी, चलो उम्मीद करते हैं सारा कुछ अच्छा रहेगा आपके साथ भी, सभी के साथ भी। शुक्रिया जी। मेरे खालसा वाहिगुरू जी की फतेह जी। आओ जी, ਤੁਸੀਂ ਇਧਰਲੇ ਪਾਸੇ ਆਓ। ਸਾਨੂੰ ਐਂ ਲੱਗਦਾ ਸੀ ਕਿ ਇੱਥੇ ਸਿਰਫ ਸਟੂਡੈਂਟ ਹੁਣੇ ਹੀ ਆਉਣ ਲੱਗੇ ਆ, ਜਾਨੀ ਕਿ 10 ਸਾਲ ਪਹਿਲਾਂ, 8 ਸਾਲ ਪਹਿਲਾਂ। ਮੈਂ ਕੈਨੇਡਾ ਆਇਆ ਤਾਂ ਮੈਨੂੰ ਹੈਲੀਫੈਕਸ ਦਾ 3.5 ਸਾਲ ਪਹਿਲਾਂ ਬਹੁਤਾ ਨਹੀਂ ਸੀ ਪਤਾ, ਇੱਕ ਅੱਧੀ ਵਾਰੀ ਨਾਂ ਸੁਣਿਆ ਸੀ। ਤੇ ਤੁਸੀਂ ਹੌਲੀ ਜਿਹੀ ਮੇਰੇ ਕੰਨਾਂ 'ਚ ਆਵਾਜ਼ ਪਈ ਸੀ ਕਿ ਤੁਸੀਂ ਤਾਂ ਬੜੇ ਪੁਰਾਣੇ ਵਿਦਿਆਰਥੀ ਹੋ। ਕਦੋਂ ਆਏ ਸੀ ਜੀ, ਪੜ੍ਹਨ ਆਏ ਸੀ? ਹਾਂਜੀ, ਮੈਂ ਕੋਈ 50 ਸਾਲ ਹੋ ਗਏ ਆਇਆ ਸੀ ਇੱਥੇ, ਤੇ ਇੰਡੀਆ ਤੋਂ ਜਦੋਂ ਚੱਲੇ ਸੀ ਕੋਈ ਨਹੀਂ ਸੀ ਪਤਾ ਹੈਲੀਫੈਕਸ ਕਿੱਥੇ ਹੈਗਾ। ਠੀਕ ਹੈ ਜੀ। ਆਮ ਹੀਅਰ ਜੀ, ਸਟਿਲ ਹੀਅਰ। ਆਈ ਥਿੰਕ ਇਟਸ ਅ ਗੁੱਡ ਪਲੇਸ ਟੂ ਲਿਵ ਮਾਈਸੈਲਫ। ਪੰਜਾਬੀ ਵੀ ਕਾਫੀ ਆ ਗਏ ਹੁਣ ਤਾਂ। ਉਦੋਂ ਕਿੰਨੇ ਕੁ ਪੰਜਾਬੀ ਸੀ ਜੀ 50 ਸਾਲ ਪਹਿਲਾਂ? ਉਹ 40 ਫੈਮਿਲੀਜ਼ ਹੋਣਗੀਆਂ ਕੋਈ ਨੋਵਾ ਸਕੋਸ਼ੀਆ ਦੇ ਵਿੱਚ, ਯਾਨੀ ਸਾਰੇ ਸੂਬੇ 'ਚ। ਹਾਂਜੀ, 40-45 families all over Nova Scotia, and we all used to get together like once twice a year at somebody's house, so you know everybody. ਉਦੋਂ ਯਾਨੀ ਗਾਲੀ ਲੱਗੀ ਜਾਂਦੇ ਹੁਣ ਇੱਕ ਦੂਜੇ, ਯਾਰ ਕੋਈ ਪੰਜਾਬੀ ਟੱਕਰਿਆ ਨਾ? Well, yeah, in a way, if you want to listen to a story, then we have a story. Please. There was a doctor here back in 1969 who tried to get Indian people together in YMCA, you know YMCA in Canada. So he put an ad in the paper because he didn't know everybody in Nova Scotia. ਅੱਛਾ, ਅਖਬਾਰ 'ਚ ਇਸ਼ਤਿਹਾਰ ਦੇ ਦਿੱਤਾ? ਹਾਂਜੀ। So he put an ad in the paper where all Indians are invited to for supper and even together. So can you imagine that there were about 300-400 people? Most of us, our native Indians, showed up from Nova Scotia. There were only maybe 100 or 60 people from Indian origin, but the rest of native Indians showed up because they thought we are all invited. So you know how many people were here at that time. But no, we are happy that all people are here now. There are a lot of Indian, Sikhs particularly, and we are happy that we've grown from such a small community to almost 1,000 now, or maybe more. And we are happy that we were able to share this and create this place for the new people to come and grow. ਹਾਂਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ, ਜਿਹੜੇ ਨਵੇਂ ਸਟੂਡੈਂਟ ਆ ਰਹੇ ਨੇ, ਇੰਟਰਨੈਸ਼ਨਲ ਸਟੂਡੈਂਟ, ਅਸੀਂ ਤਾਂ ਇੱਥੇ ਦੇਖਿਆ ਕਿ ਅੱਖ ਚੱਕ ਕੇ ਨਹੀਂ ਦੇਖਦੇ ਕਿਸੇ ਵਾਲੇ ਪਾਸੇ, ਮਿਹਨਤੀ ਨੇ, ਜਾਨੀ ਜਿਹੜੇ ਨੋਵਾ ਸਕੋਸ਼ੀਆ ਦੇ ਪਿੰਡ ਦੇ ਵਿੱਚ ਅਸੀਂ ਕਹਿੰਦੇ ਇੱਥੇ ਨਹੀਂ ਯਾਰ ਕੋਈ ਪੰਜਾਬੀ ਲੱਭ ਸਕਦਾ, ਉੱਥੇ ਦੇ ਸਟੋਰ ਤੇ ਵੀ ਆਪਣਾ ਪੰਜਾਬੀ ਬੱਚਾ ਹੁੰਦਾ। ਉਹਨਾਂ ਨੂੰ ਤੁਸੀਂ ਕੋਈ ਸਲਾਹ, ਕੋਈ ਐਡਵਾਈਸ ਦੇਣੀ ਹੋਵੇ ਜਿਹਦੇ ਨਾਲ ਕਿ ਉਹ GT ਰੋਡ ਤੇ, ਟਰੈਕ ਤੇ, ਹਾਈਵੇ ਤੇ ਰਹਿਣ, ਲੀਹੋ ਨਾ ਲਿਥਣ? Well, the thing is just that you keep your focus, what you want to do and what you want to grow with. And my other suggestion is try to learn the local culture and how they live. You live as Indian culture plus learn the local culture also. Then you'll be successful. And the other part, of course, is that Nova Scotia is not big, but it's a very nice country, nice place. It has a lot of universities
It's a nice place to grow the kids, you know. You live here, grow the kids and let them enjoy. But you can't have Toronto and Vancouver here, but we have the best thing. ਨਹੀਂ ਇਹ ਤਾਂ ਅਸੀਂ ਵੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਕਿ ਇੱਥੇ ਪੰਜਾਬੀਆਂ ਦੀ ਗਿਣਤੀ ਵਧੇ ਪਰ ਮਾਹੌਲ ਉਦਾਂ ਦਾ ਨਾ ਬਣੇ। ਇੱਕੋ ਹੀ ਗੱਲ, ਬਸ ਮਾਹੌਲ ਚੰਗਾ ਚਾਹੀਦਾ, ਕਾਨੂੰਨ ਦੀ ਪਾਲਣਾ ਕਰੀਏ। Mahal depends how you define the mahal. So we can do everything in hall, in business, in our inside there, but be respectful others too when you're outside. You know, learn their culture, they learn your culture, but be respectful their rights and everything there. So you can't have Indian way on the street here, which is not right. You can, but in a kind of a modified way. You know, these people are interested to learn who you are there, but be respectful of others too. ਲਓ ਜੀ 50 ਸਾਲ ਦਾ ਤਜਰਬਾ ਭਾਜੀ ਹੋਰਾਂ ਦਾ ਬੋਲਦਾ ਤੇ ਉਹਨਾਂ ਨੇ ਇੱਕ ਸਲਾਹ ਦਿੱਤੀ ਹੈ ਕਿ ਭਾਈ ਇੱਥੇ ਆਓ ਪਰ ਬਾਕੀ ਭਾਈਚਾਰਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਪ੍ਰਤੀ ਅਸੀਂ ਸਤਿਕਾਰ ਦੀ ਭਾਵਨਾ ਦੇ ਨਾਲ ਰਹਿਣਾ, ਉਹਨਾਂ ਦੀ ਆਜ਼ਾਦੀ ਦਾ, ਉਹਨਾਂ ਦੇ ਅਧਿਕਾਰਾਂ ਦਾ ਅਸੀਂ ਖਿਆਲ ਰੱਖ ਕੇ ਚੱਲਣਾ। ਯਾਨੀ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਕੋਈ ਵੀ ਲੰਘੇ ਤੁਹਾਨੂੰ ਬੁਲਾ ਕੇ ਲੰਘਦਾ ਤੇ ਉਹ ਮਾਹੌਲ ਜਿਹੜਾ ਉਹ ਰਹਿਣਾ ਚਾਹੀਦਾ। ਬਹੁਤ ਸਾਰੇ ਲੋਕ ਟੋਰਾਂਟੋ ਦੇ ਵਿੱਚ, ਸਰੀ ਦੇ ਵਿੱਚ, ਕੈਲਗਰੀ, ਐਡਮਿੰਟਨ ਦੇ ਵਿੱਚ ਇਸੇ ਤਰੀਕੇ ਰਹਿੰਦੇ, ਵਧੀਆ ਤਰੀਕੇ ਰਹਿੰਦੇ ਆ, ਪਰ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੋਕੜੂ ਹੁੰਦਾ, ਉਹ ਕੋਕੜੂ ਹੀ ਕੰਮ ਖਰਾਬ ਕਰਨ ਲੱਗ ਪੈਂਦਾ। ਕੋਕੜੂ ਨਹੀਂ ਆਪਾਂ ਬਣ ਦੇਣਾ ਇੱਥੇ, ਉਹ ਕੰਮ ਜਿਹੜਾ ਸੂਤ ਰਵੇ। ਇਦਾਂ ਹੀ ਆ ਜੀ। ਬਹੁਤ ਵਧੀਆ ਜੀ, ਬਿਲਕੁਲ ਠੀਕ। ਚਲੋ ਅਸੀਂ ਉਮੀਦ ਕਰਦੇ ਹਾਂ ਜੀ ਪ੍ਰਾਈਮ ਏਸ਼ੀਆ ਟੀਵੀ ਤੁਹਾਡੇ ਨਾਲ ਹੈ। ਜਦੋਂ ਵੀ ਕੋਈ ਗੁਰੂ ਘਰ ਦੀ ਸਰਗਰਮੀ ਹੋਵੇ, ਤੁਸੀਂ ਕੋਈ ਗਤੀਵਿਧੀ ਕਰੋ, ਕੋਈ ਸਮਾਗਮ ਕਰੋ, ਕਦੇ ਲੋੜ ਹੋਵੇ ਤਾਂ ਪ੍ਰਾਈਮ ਏਸ਼ੀਆ ਟੀਵੀ ਦਾ ਦਰਵਾਜ਼ਾ ਖੁੱਲ੍ਹਾ ਜੀ। ਜ਼ਰੂਰ ਜੀ, ਬਹੁਤ ਤੁਹਾਡਾ ਧੰਨਵਾਦ। ਅਸੀਂ ਸੰਗਤ ਨੂੰ ਨਾ ਸੱਦਾ ਦੇਣਾ ਚਾਹੁੰਦੇ ਹਾਂ 4 ਤੋਂ 6 ਅਗਸਤ ਨੂੰ ਅਸੀਂ ਬੜਾ ਸਪੈਸ਼ਲ ਪ੍ਰੋਗਰਾਮ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਓਪਨਿੰਗ ਦੀ ਜਿਹੜੀ ਸਾਲਗਿਰਾ ਉਹਦੇ ਤੇ ਕਿਉਂਕਿ ਸ਼ੁਕਰਾਨਾ ਦਿਵਸ ਮਨਾ ਰਹੇ ਹਾਂ ਅਸੀਂ ਉਹਨੂੰ, ਕਿਉਂਕਿ ਸੰਗਤ ਨੇ ਪੂਰੇ ਕੈਨੇਡਾ ਦੀ ਸੰਗਤ ਨੇ ਇੱਕ ਤਰੀਕੇ ਦੇ ਨਾਲ ਆਪਣੀ ਜਿਹੜੀ ਸਿੱਖੀ ਦੀ ਚੜ੍ਹਦੀ ਕਲਾ ਸਪਿਰਿਟ ਆ ਉਹਨੂੰ ਪ੍ਰੂਵ ਕੀਤਾ ਉਦੋਂ ਜਦੋਂ ਅਸੀਂ ਬਹੁਤ ਜ਼ਿਆਦਾ ਕ੍ਰਾਈਸਿਸ 'ਚ ਸੀਗੇ ਤੇ ਹੈਲਪ ਕੀਤੀ ਸਾਡੀ ਵੱਧ ਚੜ੍ਹ ਕੇ। ਅਸੀਂ ਇੱਕ ਆਵਾਜ਼ ਮਾਰੀ ਤੇ ਸਾਡੇ ਵਾਂਗੂ ਲੈ ਕੇ ਬਹੁਤ ਸਾਰਿਆਂ ਨੇ ਸਾਡੀ ਵੱਧ ਚੜ੍ਹ ਕੇ ਹੈਲਪ ਕੀਤੀ ਤੇ ਜਦੋਂ ਲੱਗ ਰਿਹਾ ਸੀ ਕਿ ਪਤਾ ਨਹੀਂ ਕਿੱਦਾਂ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਹੋਏਗੀ ਤੇ ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਹੌਸਲੇ ਨਾਲ ਹੀ ਬਣਾ ਲਿਆ ਗੁਰਦੁਆਰਾ ਸਾਹਿਬ ਨਾ। ਤੇ ਇਸ ਕਰਕੇ ਅਸੀਂ ਉਹ 4 ਤੋਂ 6 ਅਗਸਤ ਨੂੰ ਅਸੀਂ ਸ਼ੁਕਰਾਨਾ ਦਿਵਸ ਮਨਾ ਰਹੇ ਹਾਂ। ਪਹਿਲੇ 2 ਦਿਨ ਅਸੀਂ ਸਾਈਟ ਸੀਇੰਗ ਟੂਰਸ ਲਈ ਬੱਸਾਂ ਬੁੱਕ ਕੀਤੀਆਂ ਵਾ, ਸੰਗਤ ਨੂੰ ਖੁੱਲ੍ਹਾ ਸੱਦਾ ਵਾ, ਸਾਰੇ ਆਉਣ ਸਾਡੇ ਕੋਲ ਵੱਧ ਚੜ੍ਹ ਕੇ ਹਿੱਸਾ ਲੈਣ। ਅਸੀਂ ਉਹਨਾਂ ਦੀ ਸੇਵਾ ਲਈ ਹਾਜ਼ਰ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨਾਲ ਮਿਲ ਕੇ ਬੁਲਾਈਏ ਅਸੀਂ ਆਪਣਾ। ਬਿਲਕੁਲ ਠੀਕ ਹੈ। ਸਾਡਾ ਸੁਨੇਹਾ ਸੰਗਤ ਵੱਲ ਪਹੁੰਚਾ ਦਿਓ। ਕਿਸੇ ਨੇ ਵੀ ਪਾਰਟਿਸਿਪੇਟ ਕੀਤਾ ਪਲੀਜ਼ ਤੁਸੀਂ ਆਓ ਸਾਡੇ ਕੋਲ 4 ਤੋਂ 6 ਅਗਸਤ ਤੱਕ ਸਾਡੇ ਨਾਲ ਸ਼ੁਕਰਾਨਾ ਦਿਵਸ ਵਿੱਚ ਪਾਰਟਿਸਿਪੇਟ ਕਰੋ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਕੈਨੇਡਾ ਦੇ ਬਹੁਤ ਖੂਬਸੂਰਤ ਸੂਬੇ ਨੋਵਾ ਸਕੋਸ਼ੀਆ ਦੇ ਖੂਬਸੂਰਤ ਸ਼ਹਿਰ ਹੈਲੀਫੈਕਸ ਤੋਂ ਬਹੁਤ ਪਾਵਨ ਪਵਿੱਤਰ ਜਗ੍ਹਾ ਗੁਰਦੁਆਰਾ ਸਾਹਿਬ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਇਸੇ ਤਰੀਕੇ ਜਦੋਂ ਵੀ ਕਦੇ ਅਸੀਂ ਆਈਏ ਤਾਂ ਸਾਨੂੰ ਠੰਡੀ ਹਵਾ ਦੇ ਬੁੱਲੇ ਵਰਗੀਆਂ ਗੱਲਾਂ, ਜਾਣਕਾਰੀਆਂ ਜਿਹੜੀਆਂ ਸੁਣਨ ਨੂੰ ਮਿਲਣ। ਸੋ ਇੱਥੇ ਹੀ ਆਪਾਂ ਹੁਣ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।